ਸਿੱਖ ਤੋਂ ਈਸਾਈ ਬਣ ਗਏ। ਨੌਲੇਜ ਨਹੀਂ ਸੀ, ਬਾਈਬਲ ਵੀ ਨਹੀਂ ਸੀ ਉਦੋਂ ਪੜ੍ਹੀ ਮੈਂ। ਤੁਸੀਂ ਕਦੀ ਅੰਕਲ ਨੂੰ ਉਹਨਾਂ ਦੇ ਨਾਲ ਬੈਠੇ? ਮੈਸੇਜ ਕੀਤੇ ਉਹਨਾਂ ਨੂੰ, ਜਿੱਦਾਂ ਉਹਨਾਂ ਦੇ ਪੇਜਸ ਤੇ ਕੋਈ ਰਿਪਲਾਈ ਨਹੀਂ। ਸੋ ਇਸ ਕਰਕੇ ਮੈਂ ਉਹਨਾਂ ਤੋਂ ਫਿਰ ਹੌਲੀ ਹੌਲੀ ਦੂਰ ਹੁੰਦਾ ਰਿਹਾ। ਸੋ ਉਹਨਾਂ ਨੇ ਬਹੁਤ ਧੱਕੇ ਮਾਰੇ, ਪਰ ਕਿਸੇ ਤਰ੍ਹਾਂ ਵੀ ਮੈਂ ਯਤਨ ਕਰਕੇ ਉਹ ਡੈੱਡ ਬੋਡੀ ਨੂੰ ਅੱਗੇ ਲੈ ਕੇ ਆਇਆ ਸਟੇਜ। ਪਰ ਅਸੀਂ ਕਹਿੰਦੇ ਹਾਂ ਕਿ ਜੰਮਣਾ ਮਰਨਾ ਤੇ ਸ਼ਾਇਦ ਉਹ ਕੁਦਰਤ ਦੇ ਹੱਥ ਹੈ, ਐਕਸਟ੍ਰੀਮ ਪਾਵਰ ਦੇ ਹੱਥ। ਫਿਰ ਅੰਕਲ ਨੂਰੁੱਲਾ ਉੱਥੇ ਕੀ ਪਰ ਉਹ ਦਾਅਵਾ ਕਰਦੇ ਨਾ ਮੁਰਦਾ ਜ਼ਿੰਦਾ ਕਰਨ ਦੇ, ਉਹ ਦਾਅਵਾ ਕਰਦੇ ਨੇ ਭਾਜੀ, ਤੁਸੀਂ ਸੁਣ ਸਕਦੇ ਹੋ ਉਹਨਾਂ ਦੇ ਕੋਲ ਕਿ ਮੁਰਦਾ ਜ਼ਿੰਦੇ ਹੁੰਦੇ ਨੇ। ਔਰ ਮੈਂ ਇਹਨਾਂ ਨੂੰ ਪੁੱਛਣਾ ਵੀ ਕਿਹੜੇ ਹੁੰਦੇ? ਢਾਡੇ ਹੀ ਹੁੰਦੇ ਆ, ਕੋਈ ਬਾਰੀ ਵੀ ਹੁੰਦਾ। ਕੋਈ ਚੰਗੀ ਚੀਜ਼ ਲੱਗੀ ਉਹਨਾਂ ਦੀ? ਚੰਗੀ ਚੀਜ਼ ਮੈਂ ਕੀ ਕਹਾਂ? ਜੇ ਚੰਗੀ ਚੀਜ਼ ਜੇਕਰ ਉਹ ਕਹਿੰਦੇ ਕਿ ਪੜ੍ਹਾਈ ਕਰੋ, ਫਿਰ ਮੈਂ ਉਹਨਾਂ ਨੂੰ ਕਹਿੰਦਾ ਵੀ ਹਾਂ ਵੀ। ਅੱਛਾ, ਬਾਈਬਲ ਪੜ੍ਹਨ ਤੋਂ ਬਾਅਦ ਤੁਸੀਂ ਕ੍ਰਿਸਚੈਨਿਟੀ ਤੇ ਆ ਗਈ, ਤੁਹਾਡਾ ਤਾਂ ਉਲਟ ਹੋ ਗਿਆ। ਅਸਲ ਵਿੱਚ ਕਹਿੰਦੇ ਨਾ ਵੀ ਲਾਲਚ ਦਿੰਦੇ ਆ, ਮੈਂ ਕਹਿੰਦਾ ਸਵਰਗ ਦਾ ਲਾਲਚ ਦਿੰਦੇ ਆ, ਮੁਕਤੀ ਦਾ ਲਾਲਚ ਦਿੰਦੇ ਆ। ਜੇ ਉਹੀ ਆਸਰਾ, ਇਹੀ ਦਰਵਾਜ਼ਾ ਉਹਨੂੰ ਸਿੱਖਾਂ ਤੋਂ ਮਿਲ ਜਾਵੇ ਜਾਂ ਕਿਸੇ ਹੋਰ ਤੋਂ ਮਿਲ ਜਾਵੇ, ਤੇ ਉਹਨਾਂ ਨੂੰ ਕੀ ਲੋੜ ਹੈ ਜਾਣ ਦੀ? ਬਿਲਕੁਲ ਬਿਲਕੁਲ ਜੀ। 15-16 ਦੇ ਵਿੱਚ ਨਾਂ ਨਹੀਂ ਬਦਲਿਆ, ਬਸ ਸਤਨਾਮ ਸਿੰਘ ਥੋੜਾ ਨਹੀਂ। ਨਾਮ ਨਹੀਂ ਬਦਲਿਆ। ਇੱਕ ਗੱਲ ਇਹ ਵੀ ਕਰ ਰਹੇ ਸੀ ਉਹਦੇ ਵਿੱਚੋਂ ਕਿ ਜਿਨਸੀ ਸ਼ੋਸ਼ਣ ਵੀ ਹੁੰਦਾ ਹੈ ਬਿਲਕੁਲ ਹਾਂ, ਮੈਨੂੰ ਚਰਚ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇਹਦੇ ਉਲਟ ਕੀ ਲਿਖਿਆ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ। ਮੈਂ ਜਦੋਂ ਪਵਿੱਤਰ ਆਤਮਾ ਦਾ ਨਾਮ ਲੈਣਾ ਤੁਸੀਂ ਹੱਸਦੇ ਹੋ। ਮੈਂ ਉੱਤੇ ਹੱਸੂੰਗਾ ਹੀ ਵੀਰ ਜੀ, ਵੀ ਮਿੱਥ ਹੈ। ਸਤਿ ਸ਼੍ਰੀ ਅਕਾਲ ਸਤਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਈਸਾਈ ਨਹੀਂ, ਪਹਿਲਾਂ ਸਿੱਖ ਹੈ ਨਾ, ਫਿਰ ਈਸਾਈ ਤੇ ਫਿਰ ਦੁਬਾਰਾ ਸਿੱਖ। ਜੀ ਕਿੱਦਾਂ ਦੀ ਰਹੀ ਜਰਨੀ ਹੁਣ ਤੱਕ, ਜੇ ਮੈਂ ਪੁੱਛਾਂ ਤਾਂ? ਜਰਨੀ ਤਾਂ ਬਹੁਤ ਵਧੀਆ ਰਹੀ ਆ ਜੀ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ ਬਸ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਆ, ਬਹੁਤ ਵਧੀਆ ਲੱਗਦਾ। ਅੱਛਾ, ਮੈਂ ਜੋ ਪੜ੍ਹਦਾ ਸੀ ਤੁਹਾਡੇ ਬਾਰੇ ਪੜ੍ਹ ਕੇ ਆਇਆ ਜੋ ਇੱਥੇ, ਜੀ ਵੀ ਤੁਸੀਂ ਸਿੱਖ ਤੋਂ ਈਸਾਈ ਬਣ ਗਏ ਜੀ ਹੈ ਨਾ। ਫਿਰ ਅੰਕਲ ਨੂਰੁੱਲਾ ਜਿਹੜਾ ਇੱਕ ਕਹਿ ਲਏ ਕਿ ਮੈਂ ਜਲੰਧਰ ਤੋਂ ਆਉਣਾ, ਤੇ ਉੱਥੇ ਜਲੰਧਰ ਦੀ ਹੈ ਚਰਚ ਹੈ, ਜੀ। ਉਹਦੇ ਨਾਲ ਉੱਥੇ ਜਲੰਧਰ ਦੇ ਵਿੱਚ ਸੀਗੇ? ਨਹੀਂ, ਮੈਂ ਜਲੰਧਰ ਨਹੀਂ ਰਿਹਾ ਹਾਂ, ਮੈਂ ਬੇਸਿਕਲੀ ਬਠਿੰਡਾ ਦੇ ਵਿੱਚ ਸੀ। ਸਾਡੇ ਪਰਿਵਾਰ ਵੀ ਆ ਉੱਥੇ, ਰਿਸ਼ਤੇਦਾਰ ਵੀ ਆ, ਉਹ ਜਾਂਦੇ ਸੀ ਤਾਂ ਮੈਂ ਵੀ ਗਿਆ ਉਹਨਾਂ ਦੇ ਵਿੱਚ। ਤੇ ਮੈਨੂੰ ਇੱਕ ਨਾ ਬੜਾ ਸ਼ੌਕ ਆ ਸ਼ੁਰੂ ਤੋਂ, ਛੋਟੇ ਹੁੰਦਿਆਂ ਤੋਂ, ਕਿ ਦੇਖਿਆ ਜਾਵੇ ਹੁੰਦਾ ਕੀ ਆ। ਅੱਛਾ। ਅਲੱਗ-ਅਲੱਗ ਜਿਹੜੇ ਮਤ ਕਹਿ ਸਕਦੇ ਆ, ਕਿਉਂਕਿ ਧਰਮ ਤਾਂ ਇੱਕੋ ਹੀ ਆ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਤਾਂ ਗੁਰਬਾਣੀ ਵਿੱਚ ਬਤੌਰ ਜ਼ਿਕਰ ਆਉਂਦਾ ਕਿ ਇੱਕੋ ਧਰਮ ਦਿੜੜਾ ਹੈ ਸੱਚ ਕੋਏ। ਸੋ ਪੂਰੀ ਕੁਦਰਤ ਦਾ ਨਿਯਮ ਜਿਹੜਾ ਆ, ਉਹ ਧਰਮ ਆ, ਉਹ ਹਰੇਕ ਜਗ੍ਹਾ ਵਰਤਦਾ ਆ। ਸੋ ਇਹਨੂੰ ਆਪਾਂ ਮਤ ਕਹਿ ਸਕਦੇ ਆ, ਮੈਂ ਧਰਮ ਨਹੀਂ ਸ਼ਬਦ ਯੂਜ਼ ਕਰਾਂਗਾ। ਸੋ ਜਦੋਂ ਮੈਂ ਉਹਨਾਂ ਦੇ ਵਿੱਚ ਰਿਹਾ ਤਾਂ ਮੈਂ ਬਪਤਿਸਮਾ ਵੀ ਲੈ ਲਿਆ। ਨੌਲੇਜ ਨਹੀਂ ਸੀ ਤੇ ਬਾਈਬਲ ਵੀ ਨਹੀਂ ਸੀ ਉਦੋਂ ਪੜ੍ਹੀ ਮੈਂ। ਕਿਹੜੇ ਸਾਲ ਬੈਪਟਿਜ਼ਮ ਹੋਇਆ? ਮੇਰੇ ਖਿਆਲ ਨਾਲ ਜਦੋਂ ਤੱਕ ਮੇਰੇ ਨਾਲ 2015-16 ਦੇ ਵਿੱਚ। ਕਿੰਨੀ ਉਮਰ ਹੋਏਗੀ? ਮੇਰੇ ਖਿਆਲ ਨਾਲ ਉਦੋਂ ਤੁਸੀਂ ਦੇਖ ਲਓ, ਅੱਜ ਮੇਰੀ 28 ਤੋਂ 29 ਸਾਲ ਆ, ਤੁਸੀਂ ਦੇਖ ਲਓ ਕਿੰਨੇ ਸਾਲ ਹੋਏਗੀ। ਮਤਲਬ ਇਹ ਕਹਿ ਰਹੇ ਕਿ ਸੁਰਤ 'ਚ ਸੀਗੇ? ਸੁਰਤ ਵਿੱਚ ਸੀ, ਹਾਂਜੀ। ਔਰ ਮੈਨੂੰ ਉਦੋਂ ਮੈਂ ਇਸ ਵਿਚਾਰਧਾਰਾ ਨੂੰ ਨਹੀਂ ਸੀ ਪੜ੍ਹਿਆ, ਤੇ ਮੈਂ ਉਹਨਾਂ ਦੇ ਕੋਲ ਰਿਹਾ, ਮੈਂ ਨਾਲ ਰਿਹਾ ਉਹਨਾਂ ਦੇ। ਔਰ ਜਿਹੜੇ ਉੱਥੇ ਪਾਸਟਰ ਸਾਹਿਬਾਨ ਸੀ, ਆਪਣੇ ਬਾਈਬਲ ਮੁਤਾਬਿਕ ਜੋ ਉਹਨਾਂ ਦੱਸਣਾ ਸੀ ਦੱਸਦੇ ਸੀ, ਪਰ ਕਿਤੇ ਨਾ ਕਿਤੇ ਜਿਹੜੀ ਮੇਰੀ ਸੁਰਤੀ ਸੀ, ਮੇਰਾ ਧਿਆਨ ਸੀ, ਉਹ ਕੁਦਰਤ ਵੱਲ ਸੀ। ਕੁਦਰਤ ਵਿੱਚ ਜੋ ਵਾਪਰ ਰਿਹਾ ਆ, ਸੋ ਕੁਦਰਤੀ ਬਾਹਰੀ ਗੱਲਾਂ ਕਰਦੇ ਸੀ। ਸੋ ਮੈਨੂੰ ਆਪਣੇ ਆਪ ਦੇ ਵਿੱਚ ਇੱਕ ਘੁਟਨ ਮਹਿਸੂਸ ਨਹੀਂ ਕਿ ਨਹੀਂ ਯਾਰ, ਇਹ ਤਾਂ ਕੁਦਰਤ ਦੇ ਖਿਲਾਫ ਆ। ਸੋ ਫਿਰ ਹੌਲੀ ਫਿਰ ਮੈਂ ਉਹ ਦੇਖਣਾ, ਮੈਂ ਚੁੱਪ ਰਹਿਣਾ, ਸ਼ਾਂਤ ਰਹਿਣਾ। ਮੈਂ ਕਿਸੇ ਵੇਲੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਨੀ, ਪਰ ਉਹਨਾਂ ਨੇ ਆਪਣੇ ਬਾਈਬਲ ਮੁਤਾਬਿਕ ਹੀ ਦੱਸਣਾ। ਅੱਛਾ, ਕੁਦਰਤ ਦੇ ਖਿਲਾਫ ਕਿੱਦਾਂ ਸੀ ਉਹ? ਕੁਦਰਤ ਦੇ ਖਿਲਾਫ ਜਿੱਦਾਂ ਮੰਨ ਲਓ ਕਿ ਕੁਦਰਤ ਵਿੱਚ ਹਰੇਕ ਨਿਯਮ ਕੰਮ ਕਰ ਰਿਹਾ ਆ। ਸੋ ਮੈਂ ਕੁਛ ਬਾਈਬਲ ਦੇ ਵਿੱਚੋਂ ਮੈਂ ਹਵਾਲਾ ਦੇ ਸਕਦਾ ਆ ਕਿ ਜਦੋਂ ਮੈਂ ਬਾਈਬਲ ਪੜ੍ਹੀ ਤੇ ਉਹ ਪਹਿਲਾ ਹੀ ਉਤਪਤ ਦੀ ਜਿਹੜੀ ਪਹਿਲੀ ਹੀ ਚੈਪਟਰ ਆ, ਮੈਂ ਆਪ ਜੀ ਸਾਹਮਣੇ ਉਹ ਦੱਸ ਦਿੰਦਾ ਕਿ ਮੈਨੂੰ ਕਿਉਂ ਲੱਗਾ ਵੀ ਇਹ ਕੁਦਰਤ ਦੇ ਖਿਲਾਫ ਆ, ਕੁਦਰਤ ਦੇ ਖਿਲਾਫ ਆ। ਜਦੋਂ ਮੈਂ ਭਾਜੀ ਉਤਪਤੀ ਪੜ੍ਹੀ ਦੀ ਪਹਿਲਾ ਚੈਪਟਰ ਪੜ੍ਹਿਆ ਕਿ ਆਦਿ ਵਿੱਚ ਪਰਮੇਸ਼ਵਰ ਨੇ ਧਰਤੀ ਤੇ ਆਕਾਸ਼ ਨੂੰ ਉਤਪਤ ਕੀਤਾ, ਸਾਜਿਆ, ਔਰ ਧਰਤੀ ਬੇਡੋਲ ਤੇ ਸੁੰਨੀ ਸੀ, ਧਰਤੀ ਉੱਤੇ ਹਨੇਰਾ ਸੀ। ਪਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਸੌਂਦਾ ਸੀ। ਪਰਮੇਸ਼ਵਰ ਨੇ ਕਿਹਾ ਚਾਨਣ ਹੋਵੇ ਤਾਂ ਚਾਨਣ ਹੋ ਗਿਆ। ਸੋ ਮੇਰੇ ਉਹ ਦਿਮਾਗ ਦੇ ਵਿੱਚ ਗੱਲ ਕਲਿੱਕ ਕੀਤੀ ਕਿ ਉਹ ਕਿਸ ਚੀਜ਼ ਦਾ ਚਾਨਣ ਸੀ। ਬਲਕਿ ਬਾਈਬਲ ਦੇ ਅਨੁਸਾਰ ਸੂਰਜ ਚੌਥੇ ਦਿਨ ਬਣਿਆ, ਔਰ 3 ਦਿਨ ਪਹਿਲਾਂ ਬਣ ਗਏ ਸੂਰਜ ਤੋਂ ਬਿਨਾਂ। ਔਰ ਸਭ ਨੂੰ ਪਤਾ ਹੈ ਕਿ ਜੋ ਰਾਤ ਔਰ ਦਿਨ ਦਾ ਜਿਹੜਾ ਹੋ ਰਿਹਾ ਆ, ਬਣ ਰਿਹਾ ਆ, ਉਹ ਸੂਰਜ ਕਾਰਨ ਬਣ ਰਿਹਾ। ਸੋ ਇਹ ਮੈਨੂੰ ਗੱਲ, ਮੈਂ ਫਿਰ ਬਹੁਤ ਸਾਰੇ ਪਾਸਟਰਾਂ ਨਾਲ ਗੱਲ ਕਰਨੀ ਚਾਹੀ ਕਿ ਮੈਨੂੰ ਸਮਝਾਓ ਕੀ ਆ, ਕਿਵੇਂ ਆ। ਸੋ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਤੁਸੀਂ ਕਦੀ ਅੰਕਲ ਨੂਰੁੱਲਾ ਦੇ ਨਾਲ ਬੈਠੇ? ਮੈਂ ਨਹੀਂ ਬੈਠੇ ਨਹੀਂ, ਕਿਉਂਕਿ ਮੈਂ ਸੁਣਨ ਦੇ ਵਿੱਚ ਆਇਆ ਕਿ ਟਾਈਮ ਲੈਣਾ ਪੈਂਦਾ ਜਾਂ ਕੁਛ ਕਰਨਾ। ਮੈਂ ਬਹੁਤ ਸਾਰੇ ਮੈਸੇਜ ਕੀਤੇ ਉਹਨਾਂ ਨੂੰ, ਜਿੱਦਾਂ ਉਹਨਾਂ ਦੇ ਪੇਜਸ ਤੇ, ਕੋਈ ਰਿਪਲਾਈ ਨਹੀਂ ਆਇਆ। ਅੱਛਾ, ਮੈਂ ਵੀ ਉਹੀ ਗੱਲ ਕਰਾਂ ਕਿਉਂਕਿ ਮੈਨੂੰ ਵੀ ਬਹੁਤ ਟਾਈਮ ਲੈਣ ਪਿਆ। ਮੈਂ ਗੱਲ ਕਰ ਰਿਹਾ ਸੀ ਕਿ ਟਾਈਮ ਲਾਉਂਗਾ ਉਹਨਾਂ ਨਾਲ। ਅੱਛਾ, ਇੱਕ ਇਹੀ ਗੱਲ ਲੱਗੀ ਵੀ ਤੁਹਾਨੂੰ ਵੀ ਉੱਥੇ ਇਦਾਂ ਕੁਝ ਹੋਣ ਡਿਆ ਵੀ ਕੁਦਰਤ ਦੇ, ਮਤਲਬ ਤੁਸੀਂ 15-16 'ਚ ਬਣਦੇ ਆ
ਤੇ 15-16 ਦੇ ਵਿੱਚ ਨਾਂ ਨਹੀਂ ਬਦਲਿਆ, ਮਤਲਬ ਸਤਨਾਮ ਸਿੰਘ ਤੁਹਾਡਾ ਨਹੀਂ 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 ਨਾਮ ਨਹੀਂ ਬਦਲਿਆ ਨਾ। ਤੇ ਇੱਕ ਇਹੀ ਗੱਲ ਲੱਗੀ ਸੀ ਵੀ ਇਹੀ ਨਹੀਂ, ਇੱਕ ਹੋਰ ਮੈਂ ਤੁਹਾਡੇ ਨਾਲ ਛੋਟਾ ਵਾਕਿਆ ਸਾਂਝਾ ਕਰਦਾ। ਪਾਸਟਰ ਅੰਕਲ ਨੂਰਲਾ ਜੀ ਅੰਮ੍ਰਿਤਸਰ ਆਏ ਤੇ ਉੱਥੇ ਮੈਂ ਵੀ ਗਿਆ। ਮੈਂ ਨਾ ਸੋਚਿਆ ਕਿ ਮੈਂ ਉਹਨਾਂ ਨਾਲ ਗੱਲਬਾਤ ਕਰਨੀ, ਇੱਕ ਦਿਲੀ ਸ਼ੌਕ ਸੀ ਮੇਰਾ ਕਿ ਕੁਝ ਜਿਹੜੇ ਮੇਰੇ ਸ਼ੰਕੇ ਆ ਉਸ ਟਾਈਮ ਤੁਸੀਂ ਮਤਲਬ ਧਾਰਮਿਕ ਸ਼ਰਧਾ ਸੀ? ਹਾਂਜੀ, ਮੈਂ ਗਿਆ ਕਿਉਂਕਿ ਮੈਨੂੰ ਇੱਕ ਬੜਾ ਹੁੰਦਾ ਹੈ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਜਾਵੇ, ਬੈਠ ਕੇ ਗੱਲ ਕੀਤੀ ਜਾਵੇ। ਤੇ ਮੈਂ ਗਿਆ ਉੱਥੇ ਭਾਜੀ, ਤੇ ਜੋ ਵੀ ਉਹਨਾਂ ਬਾਈਬਲ ਅਨੁਸਾਰ ਕਹਿਣਾ ਸੀ ਉਹ ਕਹਿ ਰਹੇ ਸੀ, ਦੱਸ ਰਹੇ ਸੀ। ਤੇ ਪਹਿਲੇ ਨੰਬਰ ਤੇ ਕਿ ਮੈਂ ਉਹਨਾਂ ਨੂੰ ਮਿਲਣਾ ਚਾਹਿਆ, ਕਹਿੰਦੇ ਤੁਹਾਡੇ ਕੋਲ VIP ਪਾਸ ਨਹੀਂ ਹੈਗਾ। ਮੈਂ ਚਲੋ ਕੋਈ ਗੱਲ ਨਹੀਂ, ਮੈਂ ਪਿੱਛੇ ਖੜਾ ਰਿਹਾ, ਸੁਣਿਆ। ਤੇ ਕਿਤੇ ਵੀ ਉਹਨਾਂ ਨੇ, ਤੁਸੀਂ ਉਹ ਲਾਈਵ ਸੁਣ ਸਕਦੇ ਹੋ ਉਹਨਾਂ ਨੂੰ, ਕਿਤੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਦੁਨੀਆ ਵਾਲਿਓ, ਇਹ ਮੇਰੇ ਭਰਾਓ, ਇਹ ਮੇਰੇ ਭੈਣੋ, ਸਟੱਡੀ ਕਰੋ, ਪੜ੍ਹੋ, ਕੰਮਕਾਰ ਕਰੋ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲੋ, ਇੱਕ ਕੁਦਰਤ ਦਾ ਖਿਆਲ ਰੱਖੋ, ਕਿਤੇ ਨਹੀਂ ਦੱਸਿਆ। ਸੋ ਮੈਨੂੰ ਉਸ ਚੀਜ਼ ਦਾ ਬੜਾ ਦੁੱਖ ਸੀ ਕਿ ਇੱਕ ਪਾਸਟਰ ਜੀ, ਤੁਹਾਨੂੰ ਬਹੁਤ ਸਾਰੇ ਲੋਕ ਸੁਣਦੇ ਨੇ ਔਰ ਤੁਸੀਂ ਇਹ ਬੜਾ ਸੌਖਾ ਕੰਮ ਕਰ ਸਕਦੇ ਹੋ ਕਿ ਲੋਕਾਂ ਨੂੰ ਸਮਝਾ ਸਕਦੇ ਹੋ ਵੀ ਕੁਦਰਤ ਦਾ ਖਿਆਲ ਕਰੋ। ਅੱਜ ਤੁਹਾਨੂੰ ਪਤਾ ਵੀ ਕੁਦਰਤ ਵਿੱਚ ਕੀ ਵਾਪਰ ਰਿਹਾ, ਉਹ ਪਹਿਲੀ ਵਰਗੀ ਕੁਦਰਤ ਨਹੀਂ ਰਹੀ। ਇਹ ਹਵਾਵਾਂ ਗੰਦੀਆਂ ਹੋ ਗਈਆਂ ਆ, ਪੰਛੀ ਮੁੱਕ ਰਹੇ ਨੇ, ਪੌਦੇ ਖਤਮ ਹੋ ਰਹੇ ਨੇ, ਹੈ ਨਾ ਜੀ। ਸੋ ਜਿਹੜੀ ਇੱਕ ਚੰਗੀ ਸਿੱਖਿਆ ਹੈ ਉਹ ਕੁਦਰਤ ਦਾ ਖਿਆਲ ਰੱਖਣ ਵਾਸਤੇ ਦੇਣੀ ਚਾਹੀਦੀ ਹੈ, ਕਿਉਂਕਿ ਕਹਿ ਲਓ ਪਰਮੇਸ਼ਵਰ ਕਹਿ ਲਓ, ਰੱਬ ਕਹਿ ਲਓ, ਵਾਹਿਗੁਰੂ ਕਹਿ ਲਓ ਕਿ ਬੰਦੇ ਨੂੰ, ਇਨਸਾਨ ਨੂੰ ਉੱਤਮ ਬਣਾਇਆ ਕਿ ਇਹ ਕੁਦਰਤ ਦਾ ਖਿਆਲ ਤੂੰ ਰੱਖਣਾ, ਪਰ ਬੰਦਾ ਹੀ ਉਹਨੂੰ ਉਜਾੜ ਰਿਹਾ ਆ। ਤੋ ਜਿਹੜੇ ਧਾਰਮਿਕ ਆਗੂ ਨੇ, ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੁਦਰਤ ਦਾ ਖਿਆਲ ਰੱਖੋ। ਸੋ ਮੈਨੂੰ ਉਹ ਚੀਜ਼ਾਂ, ਕਿਉਂਕਿ ਮੈਨੂੰ ਕੁਦਰਤ ਨਾਲ ਪਿਆਰ ਆ, ਜਦੋਂ ਮੈਂ ਗੁਰਬਾਣੀ ਪੜ੍ਹੀ, ਵਿਚਾਰੀ ਕਿ ਹਾਂ ਯਾਰ, ਇਹ ਕੁਦਰਤੀ ਬਾਹਰੀ ਗੱਲਾਂ ਕਰਦੀ ਨਹੀਂ ਆ ਗੁਰਬਾਣੀ, ਕੁਦਰਤ ਦਾ ਖਿਆਲ ਰੱਖਣ ਵਾਸਤੇ ਕਰ ਰਹੀ ਆ ਕਿ ਕੁਦਰਤ ਦੇ ਵਿੱਚ ਰਹਿ ਕੇ ਹੀ ਸਾਰੇ ਤੁਸੀਂ ਕੰਮ ਕਰਨੇ ਨੇ। ਸੋ ਇਸ ਕਰਕੇ ਮੈਂ ਉਹਨਾਂ ਤੋਂ ਫਿਰ ਹੌਲੀ ਹੌਲੀ ਦੂਰ ਹੁੰਦਾ ਰਿਹਾ। ਔਰ ਦੂਸਰੀ ਗੱਲ ਜਿਹੜੀ ਮੈਂ ਦੱਸ ਰਿਹਾ, ਜਿਹੜੀ ਮੇਨ ਗੱਲ ਆ, ਪਾਸਟਰ ਅੰਕਲ ਨੂਰਲਾ ਜੀ ਆਏ, ਉਹਨਾਂ ਨੇ ਜੋ ਕਹਿਣਾ ਸੀ ਕਿਹਾ ਬਾਈਬਲ ਅਨੁਸਾਰ। ਲਾਸਟ ਦੇ ਟਾਈਮ ਜੋ ਉਹ ਕਰਦੇ ਨੇ, ਮੈਨੂੰ ਸ਼ਬਦ ਕਹਿਣਾ ਨਹੀਂ ਆ ਰਿਹਾ ਵੀ ਕੀ ਕਰਦੇ ਨੇ, ਕਿ ਗਵਾਹੀਆਂ ਦੇਣ ਦਾ ਸਮਾਂ ਆਇਆ, ਟੈਸਟਾਮਨੀ, ਹਾਂਜੀ। ਔਰ ਸਰ, ਜਦੋਂ ਕਿ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ਲੂਲੇ, ਲੰਗੜੇ, ਕਾਣੇ, ਪਿੰਗਲੇ ਸਭ ਚੰਗੇ ਹੋਣਗੇ, ਮੁਰਦਾ ਜ਼ਿੰਦੇ ਹੋਣਗੇ। ਉਹਨਾਂ ਦਾ ਹੀ ਮਸੀਹੀ ਪਰਿਵਾਰ ਇੱਕ ਡੈੱਡ ਬੋਡੀ ਨੂੰ, ਆਪਣੇ ਬੱਚੇ ਨੂੰ ਲੈ ਕੇ ਆਏ, 15-16 ਸਾਲ ਦਾ ਬੱਚਾ ਹੋਊਗਾ, ਤੇ ਉਸ ਡੈੱਡ ਬੋਡੀ ਨੂੰ ਉਹ ਸਟੇਜ ਤੱਕ ਜਾਣ ਨਹੀਂ ਦਿੱਤਾ, ਉੱਤੇ ਪ੍ਰਾਰਥਨਾ ਹੀ ਕਰਨ ਦਿੱਤੀ। ਉਹਨਾਂ ਦੇ ਵਲੰਟੀਅਰਸ ਨੇ, ਉਹਨਾਂ ਦੇ ਜਿਹੜੇ ਫੋਲੋਅਰਸ ਨੇ, ਠੀਕ ਹੈ ਜੀ, ਜਿਹੜੇ ਉਹਨਾਂ ਨੇ ਅੱਗੇ ਰੱਖੇ ਸੀ ਬਾਡੀਗਾਰਡ। ਔਰ ਉਹ ਮੇਰੇ ਕੋਲ ਵੀਡੀਓ ਵੀ ਪਈ ਆ ਇਸ ਟਾਈਮ ਮੇਰੇ ਕੋਲ। ਮੈਂ ਜਿਹੜੀ ਵੀ ਗੱਲ ਕਰ ਰਿਹਾ ਸਬੂਤ ਦੇ ਆਧਾਰ ਤੇ ਕਰ ਰਿਹਾ, ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਰਿਹਾ। ਸੋ ਮੈਨੂੰ ਬੜਾ ਦੁੱਖ ਲੱਗਾ। ਫਿਰ ਉਹ ਡੈੱਡ ਬੋਡੀ ਨੂੰ ਧੱਕੇ ਮਾਰੇ ਜਾ ਰਹੇ ਸੀ, ਪਿੱਛੇ ਸੁੱਟਿਆ ਜਾ ਰਿਹਾ ਸੀ। ਪਾਸਟਰ ਅੰਕਲ ਨੂਰੁੱਲਾ ਜੀ, ਉਹਨਾਂ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਆਪਣੇ ਸਟੇਜ ਤੋਂ ਕਿਹਾ ਕਿ ਇਹ ਸ਼ੈਤਾਨ ਦੀਆਂ ਆਤਮਾਵਾਂ ਨੂੰ ਬਾਹਰ ਕੱਢਿਆ ਜਾਵੇ, ਇਹ ਸਾਡੇ ਭਰਾ ਨਹੀਂ ਹਨ, ਇਹ ਸਾਡੇ ਦੁਸ਼ਮਣ ਹਨ, ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਇਹ ਗੰਦੀਆਂ ਆਤਮਾਵਾਂ ਨੂੰ ਬਾਹਰ ਕੱਢਿਆ ਜਾਵੇ। ਸੋ ਉਹਨਾਂ ਨੂੰ ਇੱਕ ਕਮਾਂਡ ਕਰ ਰਹੇ ਸੀ ਕਿ ਫਾਇਰ ਆਊਟ, ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਬਾਹਰ ਕੱਢਿਆ ਜਾਵੇ। ਸੋ ਉਹਨਾਂ ਨੇ ਬਹੁਤ ਧੱਕੇ ਮਾਰੇ, ਪਰ ਕਿਸੇ ਤਰ੍ਹਾਂ ਵੀ ਮੈਂ ਯਤਨ ਕਰਕੇ ਉਹ ਡੈੱਡ ਬੋਡੀ ਨੂੰ ਅੱਗੇ ਲੈ ਕੇ ਆਇਆ ਸਟੇਜ ਦੇ। ਤੋ ਲਾਗੇ ਹੀ 2-3 ਕਦਮਾਂ ਤੇ ਮੇਰੇ ਕੈਮਰੇ ਵਾਲਾ ਸੀ ਵੀਰ, ਜਿਹੜਾ ਲਾਈਵ ਕਰ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ, ਵੀਰ ਜੀ ਇੱਕ ਡੈੱਡ ਬੋਡੀ ਨੂੰ ਦਿਖਾਇਆ ਜਾਵੇ, ਪਰ ਉਸ ਨੇ ਨਹੀਂ ਮੇਰੀ ਸੁਣੀ, ਨਹੀਂ ਡੈੱਡ ਬੋਡੀ ਨੂੰ ਦਿਖਾਇਆ ਗਿਆ। ਸੋ ਜਿਹੜੇ ਉੱਥੇ ਉਹਨਾਂ ਦੇ ਫੋਲੋਅਰ ਸੀ, ਉਹਨਾਂ ਦੇ ਸੇਵਕ ਸੀ ਜਾਂ ਲੜਕੀਆਂ ਸੀ, ਉਹ ਸਾਰੇ ਕਹਿ ਰਹੇ ਸੀ ਕਿ ਸਟੇਜ ਤੇ ਲੈ ਕੇ ਜਾਓ, ਪ੍ਰਾਰਥਨਾ ਕਰਵਾਓ, ਨਹੀਂ ਤਾਂ ਸਾਡੇ ਪਾਪਾ ਦਾ ਭਾਂਡਾ ਫੁੱਟ ਜਾਣਾ ਆ, ਬਦਨਾਮੀ ਹੋਊਗੀ। ਫਿਰ ਉੱਥੇ ਬਹੁਤ ਸਾਰੇ ਪੁਲਿਸ ਆਫੀਸਰ ਸੀ, ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ। ਕਾਫੀ 1 ਘੰਟਾ ਲਾ ਲਓ, ਬਹੁਤ ਯਤਨ ਕੀਤਾ। ਡੈੱਡ ਬੋਡੀ ਨੂੰ ਅਸੀਂ ਉੱਪਰ ਚੱਕ ਕੇ ਦਿਖਾਉਂਦੇ ਸੀ, ਗੌਰ ਨਹੀਂ ਸੀ ਕਰਦੇ ਪਾਸਟਰ ਜੀ। ਅੱਛਾ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਉਹ ਡੈੱਡ ਬੋਡੀ ਸੀ, ਹਾਂਜੀ, ਕਿਉਂਕਿ ਅਕੀਦਾ, ਧਰਮ, ਵਿਸ਼ਵਾਸ ਤੇ ਦੋਹਾਂ ਧਰਮਾਂ ਦੇ ਵਿੱਚ ਵੀ ਸੇਮ ਹੈ, ਸਾਰੇ ਧਰਮਾਂ 'ਚ ਸੇਮ ਹੈ। ਪਰ ਅਸੀਂ ਕਹਿੰਦੇ ਹਾਂ ਕਿ ਜੰਮਣਾ ਮਰਨਾ ਤੇ ਸ਼ਾਇਦ ਉਹ ਕੁਦਰਤ ਦੇ ਹੱਥ ਹੈ, ਐਕਸਟ੍ਰੀਮ ਪਾਵਰ ਦੇ ਹੱਥ ਹੈ। ਫਿਰ ਅੰਕਲ ਨੂਰੁੱਲਾ ਉੱਥੇ ਕੀ ਕਰ ਪਰ ਉਹ ਦਾਅਵਾ ਕਰਦੇ ਨਾ ਮੁਰਦਾ ਜ਼ਿੰਦਾ ਕਰਨ ਦੇ, ਕਿ ਬਾਈਬਲ ਵਿੱਚ ਵੀ ਮੁਰਦਾ ਜ਼ਿੰਦੇ ਹੋਏ ਤੇ ਅਸੀਂ ਵੀ ਕਰਾਂਗੇ। ਅੱਛਾ, ਦਾਅਵਾ ਕਰਦੇ, ਉਹ ਦਾਅਵਾ ਕਰਦੇ ਨੇ ਭਾਜੀ, ਤੁਸੀਂ ਸੁਣ ਸਕਦੇ ਹੋ ਉਹਨਾਂ ਦੇ ਬਹੁਤ ਕਿ ਮੁਰਦਾ ਜ਼ਿੰਦੇ ਹੁੰਦੇ ਨੇ। ਔਰ ਮੈਂ ਇਹਨਾਂ ਨੂੰ ਪੁੱਛਣਾ ਵੀ ਕਿਹੜੇ ਹੁੰਦੇ, ਤੁਹਾਡੇ ਹੀ ਹੁੰਦੇ ਆ ਕਿ ਕੋਈ ਬਾਹਰੀ ਵੀ ਹੁੰਦਾ? ਅਕਸਰ ਉਹ ਕਹਿੰਦੇ ਨੇ ਕਿ ਵਿਸ਼ਵਾਸੀ ਠੀਕ ਹੁੰਦੇ, ਜਿਹੜਾ ਵਿਸ਼ਵਾਸ ਕਰਦੇ। ਮੈਂ ਉਹਨਾਂ ਵੀ ਤੁਹਾਡੇ ਕੋਲ ਪੈਮਾਨਾ, ਤੁਹਾਡੇ ਕੋਲ ਉਹ ਕਿੱਥੋਂ ਆਇਆ ਵੀ ਤੁਹਾਨੂੰ ਪਤਾ ਵੀ ਇਹਦੇ ਵਿੱਚ ਵਿਸ਼ਵਾਸ ਆ, ਇਹਦੇ ਵਿੱਚ ਵਿਸ਼ਵਾਸ ਨਹੀਂ ਆ? ਤੁਹਾਡੇ ਕੋਲ ਪੈਮਾਨਾ ਕਿੱਥੇ ਆ? ਦੱਸੋ ਕਿਹੜਾ ਪੈਮਾਨਾ ਵੀ ਤੁਹਾਡੇ ਹੀ ਠੀਕ ਹੁੰਦੇ ਨੇ? ਜਿਹੜੀ ਉਹ ਡੈੱਡ ਬੋਡੀ, ਉਹ ਵੀ ਵਿਸ਼ਵਾਸੀ ਪਰਿਵਾਰ ਸੀ। ਇੱਕ ਮਾਂ ਮੈਂ ਬਹੁਤ ਉਹ ਰੋਂਦੀ ਵੇਖੀ ਵੀ ਮੇਰੇ ਬੱਚੇ ਤੇ ਪ੍ਰਾਰਥਨਾ ਕਰ ਦਿਓ, ਕੀ ਪਤਾ ਉਹ ਠੀਕ ਹੋ ਹੀ ਜਾਵੇ, ਪਰ ਨਹੀਂ ਕੀਤੀ ਗਈ। ਫਿਰ ਮੈਂ ਪਾਸਟਰ ਅੰਕਲ ਨੂੰ ਮਿਲਣਾ ਚਾਹਿਆ, ਗੱਡੀ ਲੈ ਕੇ ਭੱਜ ਗਏ। ਅੱਛਾ, ਮਿਲੇ ਨਹੀਂ ਤੁਸੀਂ? ਨਹੀਂ, ਮੈਨੂੰ ਮਿਲਾਇਆ ਨਹੀਂ ਉਹਨਾਂ ਨੇ। ਅੱਛਾ, ਚਲੋ ਆਪਾਂ ਇਹ ਕਹਿੰਦੇ ਆ ਵੀ ਚਲੋ ਇਹ ਹੋ ਸਕਦਾ, ਕਿਉਂਕਿ ਮਰਨ ਜੀਣਾ ਆਪਾਂ ਕਹਿੰਦੇ ਕਿ ਕੁਦਰਤ ਦੇ ਹੱਥ ਆ ਨਾ, ਉਹ ਨਹੀਂ ਕੋਈ ਕਰ ਸਕਦਾ, ਉਹਦਾ ਹੱਲ ਨਹੀਂ ਕਰ ਸਕਦਾ ਕੋਈ। ਹੋਰ ਕਿਹੜੇ ਚਮਤਕਾਰਾਂ ਦੀ ਗੱਲ ਕੀਤੀ ਜਾਂਦੀ ਉੱਥੇ? ਚਮਤਕਾਰਾਂ ਦੀ ਗੱਲ ਦੇਖੋ ਜੀ, ਤੁਹਾਨੂੰ ਪਤਾ ਕਿ ਬੋਡੀ ਵਿੱਚ ਬਹੁਤ ਸਾਰੀ ਪ੍ਰਕਿਰਿਆ ਹੋ ਰਹੀ ਆ, ਬੁਖਾਰ ਚੜ੍ਹਦੇ ਨੇ, ਬਹੁਤ ਕੁਝ ਹੁੰਦਾ ਆ, ਔਰ ਸਮੇਂ ਨਾਲ ਉਹ ਠੀਕ ਵੀ ਹੋ ਜਾਂਦੇ ਨੇ।
ਠੀਕ ਹੈ। ਇਹ ਉਹ ਜਦੋਂ ਸਮੇਂ ਨਾਲ ਠੀਕ ਹੁੰਦੇ ਨੇ, ਇਹ ਕਹਿੰਦੇ ਵੀ ਦੇਖੋ ਜੀ ਇਹ ਤਾਂ ਸਾਡੀ ਕਿਰਪਾ ਹੋ ਗਈ, ਸਾਡੀ ਪ੍ਰਾਰਥਨਾ ਦੀ ਹੋ ਗਈ, ਪ੍ਰਭੂ ਦੀ ਕਿਰਪਾ ਹੋ ਗਈ, ਬਲਕਿ ਉਹ ਬੋਡੀ ਹੀ ਕੰਮ ਕਰ ਰਹੀ ਹੁੰਦੀ ਆ। ਸੋ ਇਸ ਕਰਕੇ ਉਹ ਚਮਤਕਾਰ ਮੈਨੂੰ ਨਹੀਂ ਲੱਗਦਾ। ਦੇਖੋ ਜੀ ਕੁਦਰਤ ਆਪਣੇ ਆਪ ਦੇ ਵਿੱਚ ਹੀ ਇੱਕ ਚਮਤਕਾਰ ਆ, ਬਹੁਤ ਵੱਡਾ ਚਮਤਕਾਰ ਆ। ਦਿਨ ਤੋਂ ਰਾਤ ਬਣ ਰਿਹਾ ਆ, ਚਿੜੀਆਂ ਪੰਛੀ ਬਹੁਤ ਸਾਰਾ, ਇਹ ਚਮਤਕਾਰ ਨਹੀਂ ਹੈ। ਇੱਕ ਆਪਾਂ ਰੋਟੀ ਖਾਂਦੇ ਆ, ਉਹ ਕਿਹੜੇ ਰੂਪ ਦੇ ਪੋਟਾਸ਼ੀਅਮ, ਵਿਟਾਮਿਨਸ, ਕੈਲਸ਼ੀਅਮ, ਆਇਰਨ ਸਭ ਕੁਝ ਅਲੱਗ ਹੋ ਰਿਹਾ ਅੰਦਰੋਂ, ਐਸੀਆਂ ਮਸ਼ੀਨਾਂ ਨੇ, ਚਮਤਕਾਰ ਨਹੀਂ ਆ। ਅੱਛਾ ਜੇ ਇਹ ਚਮਤਕਾਰ ਕਹਿੰਦੇ ਨੇ, ਪ੍ਰਭੂ ਯਿਸੂ ਮਸੀਹ ਨੂੰ ਚਮਤਕਾਰਾਂ ਦੇ ਅਨੁਸਾਰ ਹੀ ਸਰ ਵੱਡਾ ਸਮਝਦੇ ਨੇ। ਮੰਨ ਲਓ ਜੇ ਚਮਤਕਾਰਾਂ ਦੇ ਅਨੁਸਾਰ ਹੀ ਵੱਡਾ ਸਮਝਦੇ ਨੇ, ਫਿਰ ਹਨੂਮਾਨ ਜੀ ਨੇ ਤਾਂ ਉਸ ਤੋਂ ਵੀ ਵੱਡੇ ਚਮਤਕਾਰ ਕੀਤੇ। ਉਹਨਾਂ ਨੇ ਪਰਬਤ ਚੱਕ ਲਿਆ, ਹੈਨਾ, ਇਹ ਆਉਂਦਾ ਆ, ਦੱਸਿਆ ਜਾਂਦਾ ਆ ਰਾਮਾਇਣ ਦੇ ਵਿੱਚ, ਪਰਬਤ ਚੱਕ ਲਿਆ ਔਰ ਸੂਰਜ ਮੂੰਹ ਦੇ ਵਿੱਚ ਪਾ ਲਿਆ, ਫਿਰ ਤਾਂ ਚਮਤਕਾਰਾਂ ਦੇ ਅਨੁਸਾਰ ਉਹ ਵੱਡੇ ਹੋਏ। ਅੱਛਾ ਆਪਾਂ ਇੱਥੇ ਲੜਾਈ ਲੜਨ ਲੱਗ ਪਏ ਨੇ, ਮੈਨੂੰ ਲੱਗਦਾ ਸਾਰੇ ਹੁਣ ਪੰਜਾਬ ਦੇ ਵਿੱਚ ਇਹ ਚੱਲਣ ਡਿਆ ਵੀ ਸਾਡਾ ਗੁਰੂ ਵੱਡਾ, ਤੁਹਾਡਾ ਗੁਰੂ ਵੱਡਾ। ਹਾਂਜੀ ਤੁਸੀਂ ਕਿੰਨੇ ਸਾਲ ਰਹੇ ਹੋ, ਮਤਲਬ ਤਕਰੀਬਨ ਕਦੋਂ ਵਾਪਸੀ ਹੋਈ ਤੁਹਾਡੀ? ਫਿਰ ਮੈਂ 2 ਤੋਂ 3 ਸਾਲ ਉਹਨਾਂ ਦੇ ਵਿੱਚ ਰਿਹਾ। 2 ਤੋਂ 3 ਸਾਲ ਰਹੇ ਆ। ਕਿਉਂਕਿ ਮੈਨੂੰ ਉਹ ਚੀਜ਼ ਘੁੱਟਣ ਲੱਗੀ ਉਹਨਾਂ ਦੀ। ਚੰਗੀ ਚੀਜ਼ ਮੈਂ ਕੀ ਕਹਾਂ, ਜੇ ਚੰਗੀ ਚੀਜ਼ ਜੇਕਰ ਉਹ ਕਹਿੰਦੇ ਕਿ ਪੜ੍ਹਾਈ ਕਰੋ, ਫਿਰ ਮੈਂ ਉਹਨਾਂ ਨੂੰ ਕਹਿੰਦਾ ਵੀ ਹਾਂ ਬਈ ਚੰਗੀ ਚੀਜ਼ ਜਦ ਤੱਕ ਮੇਰੀ ਨੌਲੇਜ ਦੇ ਵਿੱਚ। ਅੱਛਾ ਉਹ ਤਾਂ ਕਹਿੰਦੇ ਬਾਈਬਲ ਪੜ੍ਹੋ, ਬਾਈਬਲ ਪੜ੍ਹੋ। ਬਾਈਬਲ ਪੜ੍ਹੋ, ਠੀਕ ਆ ਪੜ੍ਹੋ, ਪਰ ਉਹਨੂੰ ਵਿਚਾਰੋ ਵੀ ਕੀ ਕਹਿ ਰਹੇ ਆ। ਪੜ੍ਹੋ ਠੀਕ ਆ, ਮੈਂ ਵੀ ਕਹਿੰਦਾ ਪੜ੍ਹੋ, ਪਰ ਉਹਨੂੰ ਵਿਚਾਰੋ ਵੀ। ਉੱਤਮ ਹੁੰਦਾ ਉਹਨੂੰ ਵਿਚਾਰਨਾ। ਜਿਵੇਂ ਗੁਰਬਾਣੀ ਵਿੱਚ ਇੱਕ ਜ਼ਿਕਰ ਆਉਂਦਾ ਕਿ ਥਾਲ ਵਿੱਚ ਤੈਨੂੰ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੇ ਜੇ ਕੋ ਪੂੰਚੈ, ਪੂੰਚੇ ਮਤਲਬ ਪਚਾਉਣਾ। ਮੰਨ ਲਓ ਤੁਸੀਂ ਕੰਨਾਂ ਰਾਹੀਂ ਉਹ ਗ੍ਰਹਿਣ ਕਰ ਰਹੇ ਹੋ, ਖਾ ਰਹੇ ਹੋ, ਜੋ ਵੀ ਕੁਛ ਆ ਉਹਨੂੰ ਪਚਾਉਣਾ। ਤਿਸਕਾ ਹੋਏ ਉਦਾਰੋ, ਇਹ ਵਸਤ ਤਜੀ ਨਾ ਜਾਏ, ਨਿਤ ਨਿਤ ਰੱਖੋ ਉਧਾਰੋ, ਕਿ ਡੇਲੀ ਇਹ ਡਾਈਟ ਲੈਣੀ ਆ, ਉਹਨੂੰ ਪਚਾਉਣਾ ਆ। ਸੋ ਤੁਸੀਂ ਜਦੋਂ ਪੜ੍ਹਦੇ ਹੋ, ਵਧੀਆ ਗੱਲ ਆ ਪੜ੍ਹਨਾ, ਪਰ ਸਭ ਤੋਂ ਉੱਤਮ ਆ ਵਿਚਾਰਨਾ। ਅੱਛਾ ਉਹ ਵਿਚਾਰਨ ਨੂੰ ਨਹੀਂ ਕਹਿੰਦੇ? ਹਾਂਜੀ ਵਿਚਾਰ ਨੂੰ ਨਹੀਂ ਕਹਿੰਦੇ। ਤੁਸੀਂ ਗੱਲ ਕਰਦੇ ਸੀ ਵੀ ਕੋਈ ਇੱਕ ਮੈਨੂੰ ਦੱਸ ਦਿਓ ਕੀ ਉਹ ਸੀਗਾ ਵੀ ਕੋਈ ਇੱਕ ਕ੍ਰਿਸਚਨ ਦੱਸ ਦਿਓ ਜਿਹੜਾ ਪੰਜਾਬ ਦਾ ਬਣਿਆ ਹੋਵੇ। ਹਾਂ ਮੈਂ ਕਹਿ ਰਿਹਾ, ਮੈਂ ਬਿਲਕੁਲ ਕਹਿੰਦਾ ਜੀ, ਕੋਈ ਇੱਕ ਉਂਗਲ ਖੜੀ ਕਰਕੇ ਰਿਹਾ ਕਿ ਮੈਂ ਬਾਈਬਲ ਪੜ੍ਹ ਕੇ ਕ੍ਰਿਸਚਨ ਬਣਿਆ, ਉਦਾਂ ਨਹੀਂ ਬਣਿਆ, ਕੋਈ ਨਹੀਂ ਹੈਗਾ। ਅੱਛਾ ਬਾਈਬਲ ਪੜ੍ਹਨ ਤੋਂ ਬਾਅਦ ਤੁਸੀਂ ਕ੍ਰਿਸਚੈਨਿਟੀ ਤਿਆਗਤੀ, ਤੁਹਾਡਾ ਤਾਂ ਉਲਟ ਹੋ ਗਿਆ। ਹਾਂਜੀ ਤੁਸੀਂ ਕਹਿੰਦੇ ਕਿ ਮੈਂ ਜਦੋਂ ਮੈਂ ਪੜ੍ਹੇ ਬਿਨਾਂ ਬਣ ਗਿਆ ਸੀ, ਮੈਨੂੰ ਉਦੋਂ ਪਤਾ ਨਹੀਂ ਜੀ। ਹਾਂਜੀ ਫਿਰ ਤੁਸੀਂ ਕਹਿੰਦੇ ਕਿ ਮੈਂ ਬਾਈਬਲ ਪੜ੍ਹ ਲਈ ਤੇ ਫਿਰ ਮੈਂ ਕ੍ਰਿਸਚੈਨਿਟੀ ਤਿਆਗ ਦਿੱਤੀ। ਹਾਂਜੀ ਹਾਂਜੀ ਬਿਲਕੁਲ। ਮੈਂ ਕਿਉਂਕਿ ਦੇਖਣਾ ਚਾਹੁੰਦਾ, ਮੈਂ ਅੱਜ ਵੀ ਕਹਿੰਦਾ ਕਿ ਇਹਦੇ ਤੇ ਵਿਚਾਰ ਕੀਤੀ ਜਾਵੇ, ਕਿਉਂਕਿ ਇੰਗਲਿਸ਼ ਵਿੱਚ ਕੁਝ ਹੋਰ ਆ, ਹਿੰਦੀ ਵਿੱਚ ਕੁਝ ਹੋਰ ਆ, ਪੰਜਾਬੀ ਵਿੱਚ ਕੁਝ ਹੋਰ ਆ। ਅਕਸਰ ਇਹਨਾਂ ਲੋਕਾਂ ਦਾ, ਇਹਨਾਂ ਮਸੀਹੀ ਪਰਿਵਾਰਾਂ ਦਾ ਜਾਂ ਪਾਸਟਰਾਂ ਦਾ ਕਹਿਣਾ ਹੈ ਕਿ ਬਾਈਬਲ ਵਿੱਚ ਇੱਕ ਅੱਖਰ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਪਰ ਮੈਂ ਉਹਨਾਂ ਪਾਸਟਰ ਸਾਹਿਬਾਨਾਂ ਨੂੰ, ਉਹ ਸੂਝਵਾਨ ਜਿਹੜੇ ਮਸੀਹੀ ਪਰਿਵਾਰ ਆ, ਵੀਰ ਆ, ਭੈਣਾਂ, ਮੈਂ ਕਹਿੰਦਾ ਕਿ ਤੁਸੀਂ ਇੰਗਲਿਸ਼ ਵੀ ਪੜ੍ਹ ਕੇ ਵੇਖੋ, ਇੰਗਲਿਸ਼ ਦੀ ਬਾਈਬਲ, ਹਿੰਦੀ ਦੀ ਬਾਈਬਲ, ਹੋਰ ਲੈਂਗੁਏਜ ਵਿੱਚ ਵੀ ਪੜ੍ਹ ਕੇ ਦੇਖੋ, ਤਾਂ ਫਿਰ ਤੁਹਾਨੂੰ ਪਤਾ ਲੱਗੇਗਾ। ਕਿਉਂਕਿ ਪੰਜਾਬੀ ਨਾਲ ਪੜ੍ਹਨ ਨਾਲ ਸਾਰਾ ਕੰਮ ਥੋੜਾ ਹੋ ਜਾਣੇ ਆ। ਅੱਛਾ ਚਮਤਕਾਰਾਂ ਦੀ ਗੱਲ ਕਰਦੇ ਆ, ਤੁਸੀਂ ਬੜਾ 3 ਸਾਲ ਤੁਸੀਂ ਕਹਿੰਦੇ ਕਿ ਮੈਂ ਆਏ ਹੋ ਨਾਲ, ਕਿੱਦਾਂ ਦੇ ਚਮਤਕਾਰ ਕਹਿੰਦੇ ਆ ਉਹ? ਚਮਤਕਾਰ ਵੀਰ ਜੀ ਇਦਾਂ ਕਹਿੰਦੇ ਕਿ ਤੁਹਾਡੇ ਘਰ ਬੱਚਾ ਹੋ ਜਾਏਗਾ, ਔਰ ਖਾਸ ਕਰਕੇ ਮੁੰਡੇ ਹੀ। ਔਰ ਬਾਈਬਲ ਦੇ ਵਿੱਚ ਵੀ ਜ਼ਿਕਰ ਹੁੰਦਾ ਕਿ ਮੁੰਡੇ ਹੀ ਪੈਦਾ ਹੁੰਦੇ ਨੇ। ਅੱਛਾ ਹਾਂਜੀ। ਔਰ ਇਹ ਕਹਿੰਦੇ ਕਿ ਤੁਹਾਡੇ ਘਰ ਬੱਚਾ ਪੈਦਾ ਹੋ ਜਾਏਗਾ, ਮੁੰਡੇ ਪੈਦਾ ਹੋਣਗੇ, ਜਾਂ ਤੁਹਾਡੀ ਕੈਂਸਰ ਸਹੀ ਹੋ ਜਾਏਗੀ, ਜਾਂ ਲੂਲੇ ਲੰਗੜੇ ਸਹੀ ਹੋਣਗੇ। ਸੋ ਅਸਲ ਵਿੱਚ ਨਾ ਜਿਹੜੇ ਉਹ ਚਮਤਕਾਰ ਕਰਦੇ ਨੇ, ਅਸਲ ਵਿੱਚ ਉਹ ਜਿਹੜੇ ਚੱਲਦੇ ਆ ਨਾ, ਉਹ ਆਲਰੇਡੀ ਪਹਿਲਾਂ ਚੱਲਣ ਦੇ ਹੁੰਦੇ ਆ। ਉਹ ਆ ਕੇ ਉੱਥੇ ਦੱਸਦੇ ਵੀ ਹਾਂ ਬਈ ਮੈਂ ਚੰਗਾ ਹੋ ਗਿਆ, ਉਹ ਸਾਰੀ ਪਬਲਿਕ ਸਾਹਮਣੇ ਉਹਨਾਂ ਨੂੰ ਫਿਰ ਦੱਸਣਾ ਪੈਂਦਾ ਕਿ ਮੈਂ ਚੰਗਾ ਹੋ ਗਿਆ। ਅੱਛਾ ਜਿਹੜੀਆਂ ਟੈਸਟਮਨੀ ਜਿਹੜੀਆਂ ਆਪਾਂ ਕਹਿੰਦੇ ਆ ਵੀ ਗਵਾਹੀਆਂ ਜਿਹੜੀਆਂ ਉਹ ਬਣਾਈਆਂ ਹੁੰਦੀਆਂ ਪਹਿਲਾਂ? ਮੈਨੂੰ ਇਦਾਂ ਲੱਗਦਾ ਉਹ ਪ੍ਰੀ ਪਲਾਨ ਹੁੰਦਾ ਆ, ਉਹ ਉਹਨਾਂ ਦੇ ਆਪਣੇ ਬੰਦੇ ਹੁੰਦੇ ਆ। ਕਿਉਂਕਿ ਜਦੋਂ ਮੈਂ ਇਹਦੇ ਚਰਚ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਡੈੱਡ ਬੋਡੀ ਹੈਗੀ, ਖਲਾਰਾ ਪੈ ਗਿਆ, ਉਹਨਾਂ ਨੇ ਸਾਰੇ ਬੰਦੇ ਹੀ ਆਪਣੇ ਗਰਾਊਂਡ ਵੱਲ ਭਜਾਤੇ। ਉਹ ਖਲਾਰਾ ਪਾਤਾ ਵੀ ਤਾਂ ਕਿ ਪਤਾ ਨਾ ਲੱਗੇ ਕਿਸੇ ਨੂੰ, ਪਤਾ ਨਾ ਲੱਗੇ। ਹਾਂਜੀ ਪਤਾ ਨਾ ਲੱਗੇ ਕਿਸੇ ਨੂੰ। ਔਰ ਉੱਥੇ ਲੜਕੀਆਂ ਰੋ ਰੋ ਕੇ ਕਹਿ ਰਹੀਆਂ ਸੀ ਕਿ ਸਾਡੇ ਪਾਪਾ ਦੀ ਬਦਨਾਮੀ ਹੋਵੇਗੀ। ਉਹ ਅੱਜ ਜਿਹੜੇ ਸੁਣਦੀਆਂ ਹੋਣਗੀਆਂ ਲੜਕੀਆਂ, ਉਹ ਉਹਨਾਂ ਨੂੰ ਪਤਾ ਲੱਗ ਜਾਏਗਾ, ਜੇ ਤੇ ਉਹ ਸੱਚੀ ਹੋਈਆਂ, ਉਹਨਾਂ ਨੂੰ ਪਤਾ ਲੱਗੇ ਹਾਂ ਇਹ ਬੰਦਾ ਸਹੀ ਕਹਿ ਰਿਹਾ ਵੀ ਇਦਾਂ ਹੋਇਆ ਸੱਚਮੁੱਚ। ਔਰ ਮੇਰੇ ਕੋਲ ਸਬੂਤ ਪਿਆ ਸਰ, ਮੈਂ ਤੁਹਾਨੂੰ ਆਪਣੀ ਉਹ ਵੀਡੀਓ ਦਿਖਾ ਸਕਦਾ ਹਾਂ। ਉਹ ਮੇਰੇ ਕੋਲ ਸਕਰੀਨਸ਼ਾਟ ਪਏ ਆ, ਜੋ ਪੁਲਿਸ ਆਫੀਸਰ ਉਹ ਡੈੱਡ ਬੋਡੀ ਨੂੰ ਦੇਖ ਰਹੇ ਆ। ਅੱਛਾ ਉਹ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਲਾਵਾਂਗੇ। ਇਸ ਤੋਂ ਇਲਾਵਾ ਮਤਲਬ ਜਿੱਦਾਂ ਤੁਸੀਂ ਕਹਿੰਦੇ ਸੀਗੇ ਕਿ ਹੁਣ ਮੈਂ ਚਮਤਕਾਰ ਤੇ ਚਲੋ ਆਪਾਂ ਹਰੇਕ ਧਰਮ 'ਚ ਮੰਨਦੇ ਹਾਂ ਕਿ ਚਮਤਕਾਰ ਹੋ ਜਾਣ। ਜੇ ਚਮਤਕਾਰ ਆਉਂਦੀ ਉਹ ਗੱਲ ਕਰਨ ਦੇ, ਤੇ ਮੈਂ ਪਹਿਲਾਂ ਵੀ ਪੁੱਛਿਆ ਤੁਹਾਨੂੰ ਇਹਦੇ 'ਚ ਗਲਤ ਕੀ ਆ? ਗਲਤ ਇਹ ਹੈ ਕਿ ਉਹ ਭਾਜੀ ਦੇਖੋ, ਜੋ ਕੁਦਰਤੀ ਡੈੱਡ ਬੋਡੀ ਆ ਜਾਂ ਕੁਛ ਆ, ਉਹ ਗੱਲਾਂ ਨਾਲ ਨਹੀਂ ਸਹੀ ਹੁੰਦਾ ਕੁਛ ਵੀ। ਗਿਆਨ ਨਾਲ ਗਲੀ ਢੂੰਡ ਰਹੀ ਹੈ, ਕਥਨਾ ਕੱਢਦਾ ਸਾਰ। ਠੀਕ ਹੈ ਜੀ। ਉਹ ਹੁਣ ਮੰਨ ਲਓ ਤੁਹਾਨੂੰ ਕੋਈ ਬਿਮਾਰੀ ਆ ਜਾਂ ਕੁਛ ਆ, ਉਹ ਤੁਸੀਂ ਉਹਦੀ ਮੈਡੀਸਨ ਲਓ। ਏਡੇ ਏਡੇ ਵੱਡੇ ਹਸਪੀਟਲ ਖੁੱਲ੍ਹੇ ਨੇ, ਲੋਕ ਅਮਰੀਕਾ ਜਾ ਕੇ ਇਲਾਜ ਕਰਵਾਉਂਦੇ ਨੇ ਜਾਂ ਕੁਛ ਕਰਵਾਉਂਦੇ ਆ ਜਾਂ ਹੈ ਨਾ। ਸੋ ਫਿਰ ਉਹ ਮੈਡੀਕਲ ਜਾਂ ਹਸਪੀਟਲ ਖੋਲ੍ਹਣ ਦੀ ਕੀ ਲੋੜ ਆ? ਅੱਛਾ ਅੱਜ ਪੰਜਾਬ ਮਤਲਬ ਜਿਹੜੀ ਆਪਾਂ ਗੱਲ ਲਈ ਬੈਠੇ ਹਾਂ ਸਪੈਸ਼ਲੀ
ਪੰਜਾਬ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਧਰਮ ਪਰਿਵਰਤਨ ਕੀਤੇ ਜਾਂਦੇ ਆ। ਜੀ ਤੁਹਾਨੂੰ ਵੀ ਲੱਗਦਾ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਬਰਨ ਹੁੰਦੇ ਆ। ਲਾਲਚ ਤਾਂ ਹੋ ਸਕਦਾ, ਜਬਰਨ ਨਹੀਂ ਹੁੰਦੇ। ਜਬਰਨ ਹੁੰਦੇ ਆ? ਨਹੀਂ, ਜਬਰਨ ਨਹੀਂ ਕਹਿ ਸਕਦੇ, ਉਹ ਪਿਆਰ ਨਾਲ ਕਿਉਂਕਿ ਆਪਣੇ ਲੋਕ ਇੰਨੇ ਇੰਟੈਲੀਜੈਂਟ ਹੈ ਹੀ ਨਹੀਂ ਆ, ਉਹ ਜਲਦੀ ਗੱਲਾਂ ਵਿੱਚ ਆ ਜਾਂਦੇ ਆ। ਉਹ ਬਸ ਉਹ ਰੱਬ ਦਾ ਲਾਲਚ ਦੇ ਕੇ, ਸਵਰਗ ਦਾ ਲਾਲਚ ਅਸਲ ਵਿੱਚ ਕਹਿੰਦੇ ਨਾ ਵੀ ਲਾਲਚ ਦਿੰਦੇ ਆ। ਮੈਂ ਕਹਿੰਦਾ ਸਵਰਗ ਦਾ ਲਾਲਚ ਦਿੰਦੇ ਆ, ਮੁਕਤੀ ਦਾ ਲਾਲਚ ਦਿੰਦੇ ਆ, ਤੁਹਾਡੀ ਮੁਕਤੀ ਹੋ ਜਾਏਗੀ। ਅਸਲ ਵਿੱਚ ਭਾਜੀ ਮੁਕਤੀ ਜਿਹੜੀ ਹੁੰਦੀ ਆ ਉਹ ਜਿਉਂਦਾ ਜੀ ਹੋਣੀ ਆ। ਮੁਕਤ ਹੋਣਾ ਹੁੰਦਾ ਔਗਣਾਂ ਤੋਂ, ਠੀਕ ਹੈ ਨਾ। ਮੁਕਤ ਜਿਹੜਾ ਹੋਣਾ ਹੁੰਦਾ ਔਗਣਾਂ ਤੋਂ ਅੱਛਾ, ਹੋਣਾ ਤੁਸੀਂ ਹੁੰਦਾ। ਇੰਨੀਆਂ ਸੋਹਣੀਆਂ ਗੱਲਾਂ ਕਰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਮੁਕਤੀ ਦੀ, ਚਲੋ ਅਸੀਂ ਕਹਿੰਦੇ ਆ, ਗੱਲ ਕਹਿੰਦੇ ਆ, ਫਿਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਹਿੰਦੇ ਆ ਵੀ ਹਰ ਚੀਜ਼ ਦਾ ਇਲਾਜ ਸਾਡੇ ਕੋਲੇ ਹੈਗਾ। ਜੀ ਫਿਰ ਕਿਉਂ ਨਹੀਂ ਸਾਡਾ ਪਸਾਰ ਕਿਉਂ ਨਹੀਂ ਹੋਇਆ ਪੰਜਾਬ ਦੇ ਵਿੱਚ? ਕਿਉਂਕਿ ਅਸੀਂ ਪੰਜਾਬ ਦਾ ਰੂਟਡ ਧਰਮ ਆ ਨਾ। ਜੀ ਔਰ ਜੇ ਅਸੀਂ ਕਹੀਏ ਐਸਜੀਪੀਸੀ ਦੀ ਗੱਲ ਕਰ ਲਗੇ, ਹਨਾ, ਕਰੋੜਾਂ ਰੁਪਈਆਂ ਦਾ ਬਜਟ ਆ। ਅਸੀਂ ਕਹਿੰਦੇ ਆ ਕਿ ਸਾਡੀ ਕੰਟਰੀ ਦੀ ਪਾਰਲੀਮੈਂਟ ਆ, ਉਹ ਤੋਂ ਦੁੱਗਣਾ ਵੱਡਾ ਬਜਟ ਜਿਹੜਾ ਆ ਉਹ ਇਹਨਾਂ ਦਾ ਆਉਂਦਾ ਆ। ਬਿਲਕੁਲ ਜੀ ਆਉਂਦਾ ਹੈ। ਫਿਰ ਕਮੀ ਤਾਂ ਕਿਤੇ ਨਾ ਕਿਤੇ ਆਪਣਿਆਂ ਦੇ ਵਿੱਚ ਵੀ ਆ। ਰਾਈਟ, ਬਿਲਕੁਲ ਆਪਣਿਆਂ ਦੇ ਵਿੱਚ ਆ। ਔਰ ਮੈਂ ਸ਼ਾਇਦ ਹੁਣ ਇਹ ਜਿਹੜਾ ਕੰਮ ਚੱਲ ਰਿਹਾ ਇਹਨੂੰ ਲੈ ਕੇ ਉਹ ਕੰਮ ਸ਼ੁਰੂ ਕਰ ਦੇਣ। ਔਰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਲੋਕ ਜਿਹੜੇ ਨਾ ਥੋੜੇ, ਮੇਰੀ ਗੱਲ ਦਾ ਸ਼ਾਇਦ ਗੁੱਸਾ ਵੀ ਲੱਗੇ ਸਾਰਿਆਂ ਨੂੰ, ਮੈਂਟਲੀ ਤੌਰ ਤੇ ਹਲਕੇ ਹੁੰਦੇ ਆ, ਠੀਕ ਹੈ ਜੀ। ਔਰ ਜਿਹੜੇ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ, ਬਤੌਰ ਉਹਨਾਂ ਦੀ ਗਲਤੀ ਆ। ਕਿਉਂਕਿ ਦੇਖੋ ਉਹ ਜਿਹੜੇ ਈਸਾਈ ਵੀਰ ਆ, ਈਸਾਈ ਪਾਸਟਰ ਆਪਣੇ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਆ। ਫਿਰ ਆਪਣਾ ਨੂੰ ਵੀ ਕਰਨਾ ਚਾਹੀਦਾ, ਆਪਣੇ ਗੁਰੂ ਸਾਹਿਬਾਨਾਂ ਬਾਰੇ ਦੱਸਣਾ ਚਾਹੀਦਾ, ਆਪਣੀ ਬਾਣੀ ਬਾਰੇ ਦੱਸਣਾ ਚਾਹੀਦਾ ਆ ਕਿ ਸਾਡੀ ਬਾਣੀ ਇਹ ਕਹਿੰਦੀ ਆ। ਔਰ ਉਹਨੂੰ ਸੌਖੇ ਜ਼ਰੀਏ ਦੱਸਣਾ ਚਾਹੀਦਾ ਆ ਕਿ ਇਹ ਸ਼ਬਦਾਂ ਦਾ ਜਾਲ ਪਾ ਕੇ ਨਹੀਂ, ਕਿਉਂਕਿ ਆਪਣੇ ਲੋਕ ਇੰਨੇ ਇੰਟੈਲੀਜੈਂਟ ਹੈ ਹੀ ਨਹੀਂ ਆ ਕਿ ਉਹ ਸ਼ਬਦਾਂ ਦੇ ਜਾਲਾਂ ਨੂੰ ਸਮਝ ਸਕਣ। ਉਹ ਬੜੇ ਸਿੰਪਲ ਫੰਡੇ ਨਾਲ ਉਹਨਾਂ ਨੂੰ ਸਮਝਾਓ, ਉਹ ਸਮਝਣਗੇ। ਹੁਣ ਮੈਂ ਵੀ ਤਾਂ ਸਮਝਿਆ ਹੀ ਆ ਵੀਰ ਜੀ। ਅੱਛਾ, ਤੁਸੀਂ ਸਮਝ ਗਏ। ਚਲੋ ਮੈਂ ਇੱਕ ਗੱਲ ਕਰਦਾ। ਮੈਂ ਬੜੇ ਸਾਰੇ ਉਹਨਾਂ ਨਾਲ ਗੱਲ ਕੀਤੀ ਜਿਹੜੇ ਈਸਾਈ ਬਣੇ ਨੇ, ਚਾਹੇ ਉਹ ਕਿਸੇ ਪਹਿਲਾਂ ਹੋਰ ਧਰਮ ਦੇ ਸੀ, ਹਿੰਦੂ ਸੀਗੇ, ਸਿੱਖ ਸੀਗੇ, ਉਹ ਈਸਾਈ ਬਣ ਗਏ। ਉਹ ਕਹਿੰਦੇ ਜੀ ਅਸੀਂ ਬਿਮਾਰ ਸੀਗੇ, ਸਾਡੇ ਕੋਲ ਬਿਮਾਰੀ ਦਾ ਇਲਾਜ ਕਰਨ ਨੂੰ ਪੈਸਾ ਨਹੀਂ ਸੀਗਾ, ਤੇ ਅਸੀਂ ਇਲਾਜ ਕਰਨ ਦੇ ਲਈ ਉਹ ਚੀਜ਼ਾਂ ਲਈਆਂ ਨੇ। ਤੇ ਮਤਲਬ ਉਹਨਾਂ ਨੇ ਕਿਹਾ ਵੀ ਸਾਡਾ ਇਲਾਜ ਕਰਾ ਦਾਂਗੇ। ਜੇ ਉਹੀ ਆਸਰਾ, ਇਹੀ ਧਰਵਾਸਾ ਉਹਨਾਂ ਨੂੰ ਸਿੱਖਾਂ ਤੋਂ ਮਿਲ ਜਾਵੇ ਜਾਂ ਕਿਸੇ ਹੋਰ ਤੋਂ ਮਿਲ ਜਾਵੇ, ਤੇ ਉਹਨਾਂ ਨੂੰ ਕੀ ਲੋੜ ਆ ਜਾਣ ਦੀ? ਬਿਲਕੁਲ ਬਿਲਕੁਲ ਜੀ। ਦੇਖੋ ਸ਼੍ਰੋਮਣੀ ਕਮੇਟੀ ਵਾਲੇ ਹਸਪੀਟਲ ਖੋਲ ਦੇਣ ਫ੍ਰੀ ਆਫ ਕਾਸਟ, ਔਰ ਉਹਨਾਂ ਨਾਲ ਪਿਆਰ ਕਰਨ ਲੋਕਾਂ ਨਾਲ, ਠੀਕ ਹੈ ਜੀ। ਇੱਕ ਤਾਂ ਸਭ ਤੋਂ ਵੱਡੀ ਕਮੀ ਹੈ ਜੀ ਆਪਣੇ ਜਿਹੜੇ, ਮੈਂ ਸਿੱਧੀਆਂ ਸ਼ਬਦਾਂ ਦੇ ਵਿੱਚ ਗੱਲ ਕਰਨਾ, ਹੰਕਾਰ ਬਹੁਤ ਹੈ ਇਹਨਾਂ ਲੋਕਾਂ ਜਥੇਦਾਰਾਂ 'ਚ। ਹਾਂ, ਵੀ ਅਸੀਂ ਸਿੱਖ ਹਾਂ, ਅਸੀਂ ਸਭ ਸੂਰਤ ਹਾਂ, ਤੁਸੀਂ ਕੁਛ ਨਹੀਂ ਹੋ। ਫਿਰ ਉਹ ਜਿਹੜੇ ਲੋਕ ਆ, ਮੇਰੇ ਵਰਗਾ ਕਟਿੰਗ ਵਾਲਾ ਬੰਦਾ ਹੋਊਗਾ ਨਾ, ਛੱਡ ਯਾਰ ਮੈਂ ਕੀ ਲੈਣਾ ਇਹਨਾਂ ਕੋਲ, ਮੈਂ ਉੱਥੇ ਚੱਲਦਾ ਜਿੱਥੇ ਪਿਆਰ ਮਿਲਦਾ ਆ। ਜਿਹੜੇ ਉਹ ਈਸਾਈ ਵੀਰ ਨੇ, ਈਸਾਈ ਪ੍ਰਚਾਰਕ ਨੇ, ਉਹ ਇਹਨਾਂ ਨੂੰ ਪਿਆਰ ਨਾਲ ਲੈ ਕੇ ਆਉਂਦੇ ਆ, ਆਓ ਯਾਰ ਆਓ, ਤੁਹਾਨੂੰ ਪਿਆਰ ਕਰਦੇ ਆ। ਸੋ ਅੱਜ ਕੱਲ੍ਹ ਸਾਰੇ ਰਿਸਪੈਕਟ ਦੇ, ਸਾਰਿਆਂ ਨੂੰ ਚਾਹੀਦੀ ਆ ਰਿਸਪੈਕਟ, ਸਾਰਿਆਂ ਨੂੰ ਚਾਹੀਦੀ ਆ ਪਿਆਰ, ਸਾਰਿਆਂ ਨੂੰ ਚਾਹੀਦਾ। ਸੋ ਇਹ ਵੱਡੀ ਕਮੀ ਆ। ਅੱਛਾ, ਮਤਲਬ ਇਹ ਲੱਗਦਾ ਕਿ, ਅੱਛਾ, ਮੈਂ ਬੜੀ ਵਾਰੀ ਸੁਣਿਆ ਕਿ ਤੁਸੀਂ ਕਿਤੇ ਗੁਰਦੁਆਰਾ ਸਾਹਿਬ ਜਾਓ, ਉਹਨਾਂ ਦਾ ਜਿਹੜਾ ਬੋਦੇ ਵਾਲਾ ਆ, ਜਾਂ ਫਿਰ ਜਿਹੜਾ ਥੋੜਾ ਸੋਹਣਾ ਲੱਗਦਾ ਵੀ ਜੈਂਕੀ ਜਿਹਾ ਬਣ ਗਿਆ, ਉਹਨੂੰ ਪਿਆਰ ਨਾਲ ਪਚਕਾਰਨ ਦੀ ਬਜਾਏ ਅਸੀਂ ਕਹਿੰਦੇ ਨਹੀਂ ਉਹ ਪਿਛਲੀ ਕਤਾਰ 'ਚ ਬੈਠ ਤੂੰ। ਹਾਂ ਬਿਲਕੁਲ, ਇਹ ਚੀਜ਼ ਹੁੰਦੀ ਆ। ਬਿਲਕੁਲ ਹੁੰਦੀ ਆ ਜੀ, ਮੇਰੇ ਨਾਲ ਵੀ ਹੁੰਦੀਆਂ। ਮੈਨੂੰ ਕਹਿੰਦੇ ਨੇ ਕਿ ਤੂੰ ਇੰਨੀਆਂ ਗੱਲਾਂ ਕਰਦਾ ਗੁਰੂ ਗ੍ਰੰਥ ਸਾਹਿਬ ਦੀਆਂ, ਹੋ ਜੇ ਸਰਦਾਰ ਨਹੀਂ ਬਣਦਾ, ਤੂੰ ਸਿੱਖ ਨਹੀਂ ਬਣਦਾ। ਅੱਛਾ, ਮੇਰਾ ਵੀ ਇਹੀ ਸਵਾਲ ਹੈ, ਕਿਉਂ ਨਹੀਂ ਸਿੱਖ ਬਣਦੇ? ਮੈਂ ਕਹਿ ਰਿਹਾ ਕਿ ਮੈਂ ਅਸਲ ਮੇਰੀ ਆਈ ਥਿੰਕ ਮੇਰੀ ਸੋਚਣੀ ਆ, ਜਿਹੜੀ ਇਹ ਪਗੜੀ ਆ ਇਹ ਹੀਰੇ ਮੋਤੀਆਂ ਦਾ ਤਾਜ ਆ, ਇਹ ਮੇਰਾ ਕਹਿਣਾ ਆ। ਔਰ ਅਜੇ ਮੇਰੇ ਵਿੱਚ ਬਹੁਤ ਔਗਣ ਨੇ, ਉਹ ਹੌਲੀ ਹੌਲੀ ਹੋ ਰਹੇ ਆ ਸਹੀ, ਤੇ ਜਿੱਦਣ ਸਤਿਗੁਰ ਦੀ ਕਿਰਪਾ ਹੋਗੀ ਉਹ ਆਪੇ ਹੀ ਹੋ ਜਾਣਾ ਕੰਮ। ਅੱਛਾ, ਹਾਂਜੀ। ਅੰਮ੍ਰਿਤਪਾਲ ਦੇ ਉੱਤੇ ਕੀ ਕਹਿਣਾ? ਅੰਮ੍ਰਿਤਪਾਲ ਉੱਤੇ ਕੀ ਕਹਿਣਾ ਜੀ, ਮੈਨੂੰ ਇਦਾਂ ਲੱਗਦਾ ਉਹ ਆਪਣੀ ਜਗ੍ਹਾ ਸਹੀ ਹੋਣਗੇ। ਸ਼ਾਇਦ ਉਹਨਾਂ ਨੂੰ, ਕਿਉਂਕਿ ਆਪਣੀ ਆਪਣੀ ਮੈਂਟੈਲਿਟੀ ਆ ਨਾ, ਉਹ ਸ਼ਾਇਦ ਉਹਨਾਂ ਨੂੰ ਸਹੀ ਲੱਗ ਰਿਹਾ ਹੋਊਗਾ ਉਹ ਕਰ ਰਿਹਾ। ਅੱਛਾ, ਤੁਸੀਂ ਆਫ ਦਾ ਕੈਮਰਾ ਬੜੀਆਂ ਗੱਲਾਂ ਕਰ ਰਹੇ ਸੀਗੇ ਕਿ ਇੱਕ ਗੱਲ ਇਹ ਵੀ ਕਰ ਰਹੇ ਸੀ ਉਹਦੇ ਵਿੱਚੋਂ ਕਿ ਜਿਨਸੀ ਸ਼ੋਸ਼ਣ ਵੀ ਹੁੰਦਾ ਆ। ਬਿਲਕੁਲ, ਹਾਂ, ਮੈਨੂੰ ਚਰਚ ਦੇ ਅੰਦਰ, ਕਿਉਂਕਿ ਤੁਸੀਂ ਬਤੌਰ ਹੋਰ ਚੈਨਲ ਤੇ ਇੰਟਰਵਿਊਜ਼ ਦੇਖ ਸਕਦੇ ਹੋ ਕਿ ਉਹ ਲੜਕੀਆਂ ਸਾਹਮਣੇ ਆ ਰਹੀਆਂ, ਕਿ ਉਹਨਾਂ ਨੂੰ ਦਿਲਾਸੇ ਦਿੱਤੇ ਜਾਂਦੇ ਆ ਜਾਂ ਦੱਸਿਆ ਜਾਂਦਾ ਕਿ ਦੇਖੋ ਬਾਈਬਲ ਵਿੱਚ ਇਦਾਂ ਲਿਖਿਆ ਆ। ਵੀ ਮੈਨੂੰ ਹੁਣ ਕਹਿਣ ਦੇ ਵਿੱਚ ਹੀ ਸ਼ਰਮ ਆ ਰਹੀ ਆ, ਤੇ ਉਹ ਤਾਂ ਕਰ ਦਿੰਦੇ ਆ ਫਿਰ ਧਾਰਮਿਕ ਦੇ ਆਗੂ। ਨਹੀਂ, ਕੀ ਕਹਿੰਦੇ ਤੁਸੀਂ ਖੁੱਲ ਕੇ ਬੋਲ ਸਕਦੇ? ਹਾਂ, ਉਹ ਮਤਲਬ ਕਿ ਕਹਿੰਦੇ ਕਿ ਉਹ ਲੜਕੀ ਦੀ ਇੰਟਰਵਿਊ ਮੈਂ ਸੁਣ ਰਿਹਾ ਸੀ, ਉਹ ਕਹਿ ਰਹੇ ਕਿ ਮੈਨੂੰ ਉਹਨੇ ਦੱਸਿਆ ਕਿ ਦੇਖ ਬਾਈਬਲ ਵਿੱਚ ਵੀ ਇਦਾਂ ਲਿਖਿਆ ਆ, ਤੇ ਤੂੰ ਵੀ ਆ ਜਾ ਮੇਰੇ ਨਾਲ ਕਰ। ਔਰ ਮੈਨੂੰ ਨਹੀਂ ਲੱਗਦਾ ਵੀ ਉਹ ਫਿਜ਼ੀਕਲ ਰਿਲੇਸ਼ਨ, ਹਾਂਜੀ। ਔਰ ਉਹ ਪਾਸਟਰ ਨੇ ਆਪਣੀ ਬੇਟੀ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ। ਔਰ ਉਸ ਦਾ ਇੱਕ ਆਪਣੀ, ਕਿਹੜਾ ਪਾਸਟਰ ਜਿਹਨੇ ਕੁੱਟ-ਕੁੱਟ ਕੇ ਮਾਰਤਾ? ਪਾਸਟਰ ਮੈਨੂੰ ਹੁਣ ਨਾਮ ਥੋੜਾ ਵਿਸਰ ਗਿਆ। ਪੰਜਾਬ ਦੇ, ਹਾਂਜੀ, ਇੱਥੋਂ ਅੰਮ੍ਰਿਤਸਰ ਦੇ ਹੀ ਆ। ਗੋਲਵਰ ਦੀ ਲੜਕੀ ਜਿਹਦੇ ਨਾਲ ਉਹਦੇ ਰਿਲੇਸ਼ਨ ਬਣੇ, ਆਪਣੀ ਵਾਈਫ ਨੂੰ ਤਲਾਕ ਦੇ ਕੇ ਉਹ ਅਨਮੈਰਿਡ ਲੜਕੀ ਨਾਲ ਉਹਨੇ ਰਿਲੇਸ਼ਨ ਬਣਾਇਆ। ਤਾਂ ਉਹ ਮੈਂ ਲੜਕੀ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਸੀ ਕਿ ਮਸੀਹੀ ਪਰਿਵਾਰ ਦੇ ਵਿੱਚ ਉਹ ਰਹਿੰਦਾ ਸੀ, ਉੱਥੇ ਹੀ ਉਹਨੇ ਉਹਦੇ ਲੜਕੀ ਦੇ ਘਰ ਹੀ ਚਰਚ ਖੋਲ ਦਿੱਤੀ, ਠੀਕ ਹੈ ਜੀ। ਔਰ ਦੀਪਕ, ਹਾਂ ਮੈਨੂੰ ਨਾਮ ਯਾਦ ਹੈ ਕਿ ਦੀਪਕ ਪਾਸਟਰ ਆ ਉਹ, ਠੀਕ ਹੈ, ਉਹ ਹੈਂਡੀਕੈਪ ਆ।
ਤਾਂ ਉਹ ਉਹਨਾਂ ਦੇ ਘਰ ਰਹਿਣ ਲੱਗਾ। ਉਹਦੀ ਵਾਈਫ ਉਹਨੂੰ ਫੋਨ ਕਰਦੀ ਸੀ ਵੀ ਤੁਸੀਂ ਘਰ ਨਹੀਂ ਆਉਂਦੇ। ਉਹ ਕਹਿੰਦਾ ਕਿ ਮੈਂ 40 ਦਿਨ ਦਾ ਵਰਤ ਰੱਖਿਆ ਆ ਤੇ ਮੈਂ ਇੱਥੇ ਰਵਾਂਗਾ। ਉਹ ਲੜਕੀ ਕਹਿੰਦੀ ਕਿ ਮੈਂ ਜੋ ਘਰ ਵਾਲਿਆਂ ਨੂੰ ਪੁੱਛਣਾ ਵੀ ਇਹ ਘਰ ਕਿਉਂ ਨਹੀਂ ਆਉਂਦਾ, ਵੀ ਇਹਨਾਂ ਵਰਤ ਰੱਖੇ। ਕਹਿੰਦੇ ਵੀ ਨਹੀਂ ਕੁਛ ਨਹੀਂ ਰੱਖਿਆ ਇਹਨੇ। ਕਹਿੰਦੀ ਉਹ ਲੜਕੀ ਨੂੰ ਲੈ ਕੇ ਅੰਦਰ ਦਰਵਾਜ਼ੇ ਦੇ ਵਿੱਚ ਕੁੰਡੀ ਲਾ ਲੈਂਦਾ ਸੀ ਤੇ ਜਦੋਂ ਮੈਂ ਪੁੱਛਾਂ ਵੀ ਕੀ ਕਰ ਰਹੇ, ਕਹਿੰਦੇ ਮੈਂ ਪ੍ਰਾਰਥਨਾ ਕਰ ਰਿਹਾ ਅੰਦਰ। ਸੋ ਉਹ ਲੜਕੀ ਨੂੰ ਲੈ ਕੇ ਉਹ ਭੱਜ ਗਿਆ। ਤੂੰ ਗਲਤ ਆ, ਮੈਨੂੰ ਗਲਤ ਲੱਗਦਾ ਵੀ ਇੱਕ ਧਾਰਮਿਕ ਆਗੂ ਔਰ ਤੁਸੀਂ ਨਹੀਂ ਕਰਨਾ ਚਾਹੀਦਾ ਇਦਾਂ। ਅੱਛਾ, ਇਦਾਂ ਦੀਆਂ ਘਟਨਾਵਾਂ ਤਾਂ ਬੜੀਆਂ ਹਰ ਧਰਮ ਦੇ ਵਿੱਚ ਹੁੰਦੀਆਂ ਜੀ। ਸਿਰਫ ਇਹ ਇਹੀ ਕਾਰਨ ਆ ਕਿ ਤੁਸੀਂ ਚਾਹੁੰਦੇ ਤੁਸੀਂ ਨਹੀਂ, ਮੈਂ ਤੇ ਇਹੀ ਕਹਿੰਦਾ ਵੀ ਜਿਹੜੇ ਧਰਮ ਦੇ ਵਿੱਚ ਹੁੰਦੀਆਂ, ਸੌਰੀ ਮੈਂ ਧਰਮ ਤਾਂ ਇੱਕੋ ਹੀ ਆ, ਮਤ ਦੇ ਵਿੱਚ ਹਾਂਜੀ ਜਿਹੜੀਆਂ ਹੁੰਦੀਆਂ ਵੀ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਵੀ ਜੋ ਇਹ ਕੁਦਰਤ ਆ ਸੋਹਣੀ ਰਵੇ, ਸੋਹਣੀ ਆਪਾਂ ਨੂੰ ਵਾਹਿਗੁਰੂ ਨੇ ਬਣਾ ਕੇ ਦਿੱਤੀ ਤੇ ਆਪਾਂ ਫਰਜ਼ ਬੰਦਾ ਸੋਹਣੀ ਰਵੇ। ਜਿਹੜੀਆਂ ਉਹ ਗਲਤੀਆਂ ਹੁੰਦੀਆਂ ਆਪਾਂ ਨੂੰ ਰਲ ਕੇ ਉਹ ਸੁਧਾਰਨੀਆਂ ਚਾਹੀਦੀਆਂ। ਹੁਣ ਇੱਕ ਘਰ ਦੇ ਵਿੱਚ ਖਲਾਰਾ ਪਿਆ ਹੋਵੇ, ਗੰਦ ਪਿਆ ਹੋਵੇ ਤਾਂ ਆਪਾਂ ਤਾਂ ਉਹ ਵੀ ਸਾਫ਼ ਕਰਦੇ ਹਾਂ। ਅੱਛਾ, ਤੁਸੀਂ ਔਰਤਾਂ ਬਾਰੇ ਕਹਿ ਰਹੇ ਸੀ ਕਿ ਬਾਈਬਲ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ, ਕੀ ਲਿਖਿਆ ਹੋਇਆ? ਹਾਂਜੀ, ਔਰਤਾਂ ਬਾਰੇ ਜਦੋਂ ਮੈਂ ਪੜ੍ਹ ਰਿਹਾ ਸੀ ਤਾਂ ਉੱਥੇ ਉਹਨਾਂ ਨੂੰ ਬੌਂਡ ਕੀਤਾ ਜਾਂਦਾ ਆ। ਮੈਂ ਆਪਣੇ ਕੋਲੋਂ ਨਹੀਂ ਸਰ ਕੁਝ ਗੱਲ ਕਰਦਾ, ਮੈਂ ਬਾਈਬਲ ਵਿੱਚੋਂ ਕਰਾਂਗਾ। ਇਹ ਮੈਂ ਤੁਹਾਨੂੰ ਕਿਉਂਕਿ ਮੈਂ ਨੋਟਸ ਇਹਦੇ ਵਿੱਚ ਬਣਾ ਕੇ ਰੱਖੇ ਆ। ਹਾਂਜੀ, ਮੈਂ ਤੁਹਾਨੂੰ ਦਿਖਾਉਣਾ ਆ। ਹਾਂਜੀ, ਇਹ ਹੈਗੀ ਆ ਬੁੱਕ ਕੁਰਿੰਥੀਆਂ 1 ਉਹਦਾ 4ਵਾਂ ਅਧਿਆਇ। ਇਹਦੇ ਵਿੱਚ ਲਿਖਿਆ ਕਿ ਕਲੀਸਿਆਵਾਂ ਵਿੱਚ ਔਰਤਾਂ ਚੁੱਪ ਰਹਿਣ, ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਸਗੋਂ ਉਹ ਅਧੀਨ ਰਹਿਣ, ਜਿਵੇਂ ਬਿਵਸਥਾ ਸਾਰ ਵੀ ਕਹਿੰਦੀ ਹੈ, ਇਸ਼ਾਰਾ ਕਹਿੰਦੀ ਹੈ। ਸੋ ਕਿਤੇ ਨਾ ਕਿਤੇ ਇਹ ਲੱਗਦਾ ਵੀ ਔਰਤਾਂ ਨੂੰ ਦਬਾਇਆ ਜਾ ਰਿਹਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਦੇ ਆ ਜਾਂ ਸੁਣਦੇ ਹੋ ਤਾਂ ਮਾਨ ਸਤਿਕਾਰ ਦਿੰਦੇ ਆ ਔਰਤਾਂ ਨੂੰ ਕਿ ਉਹ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਵੀ ਔਰਤਾਂ ਨੂੰ ਦਬਾਇਆ ਜਾਂਦਾ ਸੀ, ਇਹਨਾਂ ਨੂੰ ਪਾਪ ਦਾ ਰਾਹ ਦੱਸਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਹੀਂ ਯਾਰ, ਇਹ ਤਾਂ ਜੋਧੇ ਮਹਾਬਲੀ ਮਹਾਂਪੁਰਸ਼ ਜੰਮਦੀਆਂ ਨੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਉਹਨਾਂ ਨੇ ਵਡਿਆਈ ਦਿੱਤੀ ਆ। ਸੋ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ। ਅੱਛਾ ਚਲੋ, ਇਹ ਤਾਂ ਆਪਾਂ ਕਹਿੰਦੇ ਆ ਵੀ ਇਹ ਹੋ ਗਿਆ, ਪਰ ਅਸੀਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਗੱਲ ਕਰਦੇ ਹਾਂ। ਅਸੀਂ ਕਹਿੰਦੇ ਆ ਵੀ ਕਿਸੇ ਭੱਟਾਂ ਦੀ ਬਾਣੀ ਆ, ਗੁਰੂ ਸਾਹਿਬਾਨਾਂ ਦੀ ਬਾਣੀ ਆ, ਮਤਲਬ ਅਸੀਂ ਕਹਿੰਦੇ ਆ ਕਿ ਹਰ ਤਬਕੇ ਦੀ ਬਾਣੀ ਉਹਦੇ ਵਿੱਚ ਆ ਜਾਂਦੀ ਹੈ ਨਾ। ਤੇ ਉੱਥੇ ਵੀ ਸਵਾਲ ਤਾਂ ਇਹ ਉੱਠਦਾ ਵੀ ਕਿ ਔਰਤ ਦੀ ਲਿਖਤ ਕਿਉਂ ਨਹੀਂ ਹੈਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਤੇ ਮਤਲਬ ਅਸੀਂ ਇਹ ਵੀ ਕਹਿੰਦੇ ਆ ਕਿ ਰਿਸਟ੍ਰਿਕਟਡ ਆ ਔਰਤ। ਹਾਂ, ਇੱਥੇ ਬਾਬਾ ਨਾਨਕ ਕਹਿੰਦੇ ਵੀ ਭੰਡ ਜੰਮੇ ਭੰਡ ਢੂੰਡਣ ਲੱਗ ਗਏ, ਭੰਡ ਕੋਸੋ ਭੰਡੇ, ਵੀ ਅਸੀਂ ਭੰਡ ਕਹਿ ਕੇ ਉਹੀ ਜਿਹੜੇ ਸਾਨੂੰ ਜਨਮ ਦਿੰਦੀਆਂ ਅਸੀਂ ਉਹਨੂੰ ਹੀ ਭੰਡਣਾ ਸ਼ੁਰੂ ਕਰ ਦਿੰਦੇ ਆ ਨਾ। ਚਲੋ ਉਹ ਗੱਲ ਬਹੁਤ ਸੋਹਣੀ ਆ, ਪਰ ਇੱਕ ਸਵਾਲ ਤਾਂ ਇਹ ਵੀ ਉੱਠਦਾ। ਹਾਂ, ਸਵਾਲ ਉੱਠਦਾ, ਤੁਹਾਡਾ ਬਹੁਤ ਵਧੀਆ ਸਵਾਲ ਆ ਵੀ ਹਾਂ ਔਰਤਾਂ ਕਿਉਂ ਨਹੀਂ। ਮੇਰੀ ਮਤ ਅਨੁਸਾਰ ਸ਼ਾਇਦ ਉਸ ਟਾਈਮ ਵਿਦਵਾਨ ਔਰਤਾਂ ਨਾ ਹੋਣ, ਮੈਨੂੰ ਜਿੱਥੋਂ ਤੱਕ ਮੇਰਾ ਆਈਡੀਆ, ਕਿਉਂਕਿ ਮੈਂ ਗਲਤ ਵੀ ਹੋ ਸਕਦਾ ਆ, ਕਿਉਂਕਿ ਉਹ ਇੰਨੇ ਇੰਟੈਲੀਜੈਂਟ ਸੀ ਗੁਰੂ ਨਾਨਕ ਸਾਹਿਬ ਜੀ। ਉਹਨਾਂ ਜਾ ਕੇ ਦੇਖਿਆ, ਜੋ ਕੁਛ ਉਹਨਾਂ ਨੂੰ ਲੱਗਾ, ਜਿਨ੍ਹਾਂ ਨਾਲ ਡਿਸਕਸ਼ਨ ਹੋਈ, ਉਹਨਾਂ ਨੇ ਉਹ ਐਕਸੈਪਟ ਕਰ ਲਿਆ। ਮਤਲਬ ਉਸ ਟਾਈਮ ਤੁਹਾਨੂੰ ਲੱਗਦਾ ਕਿ ਨਹੀਂ ਸੀ। ਅੱਛਾ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਹੁਣ ਆਪਾਂ ਕਹਿੰਦੇ ਵੀ ਚਮਤਕਾਰ ਦੀ ਗੱਲ ਤੁਸੀਂ ਕਰਦੇ ਵੀ ਚਮਤਕਾਰ ਉਹ ਕਹਿੰਦੇ ਆ ਵੀ ਹੁੰਦੇ ਨਹੀਂਗੇ, ਹੋ ਜਾਂਦੇ ਆ। ਵਿਸ਼ਵਾਸ ਜਿਹੜਾ ਉਹ ਨਹੀਂ ਹੋ ਜਾਂਦਾ। ਤੁਸੀਂ 3 ਸਾਲ ਰਹੇ ਹੋ ਤਕਰੀਬਨ, 3 ਸਾਲ 4 ਸਾਲ ਦਾ ਟਾਈਮ ਸੀਗਾ। 3-4 ਸਾਲ ਵਿੱਚ ਤੁਸੀਂ ਕਿਹੜੀ ਸਭ ਤੋਂ ਮਾੜੀ ਚੀਜ਼ ਤੁਹਾਨੂੰ ਲੱਗਦੀ ਹੈ? ਮੈਂ ਚੰਗੀ ਤਾਂ ਪੁੱਛੀ, ਤੁਸੀਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਨੂੰ ਸਭ ਤੋਂ ਮਾੜੀ ਚੀਜ਼ ਮਾੜੀ ਲੱਗੀ ਆ ਵੀ ਮੁਰਦਿਆਂ ਨੂੰ ਜਿੰਦਾ ਨਹੀਂ ਕਰ ਸਕਦੇ। ਨਹੀਂ ਕਰ ਸਕਦੇ, ਪਰ ਮੁਰਦਿਆਂ ਨੂੰ ਤਾਂ ਕੋਈ ਵੀ ਜਿੰਦਾ ਨਹੀਂ ਕਰ ਸਕਦਾ। ਮੈਂ ਤਾਂ ਉਹੀ ਕਹਿੰਦਾ ਇਹ ਕੁਦਰਤ ਦੇ ਖਿਲਾਫ ਆ। ਫਿਰ ਕਿਉਂ ਦਾਅਵੇ ਕਰਦੇ ਆ? ਜੇ ਦਾਅਵਾ ਉਹ ਕਿਦਾਂ ਵੀ ਅਸੀਂ ਇਹ ਕਰ ਸਕਦੇ ਆ, ਤੇ ਫਿਰ ਜਦੋਂ ਨਹੀਂ ਹੁੰਦਾ ਤੇ ਫਿਰ ਉਹ ਝੂਠਾ ਹੈ। ਅੱਛਾ, ਪਵਿੱਤਰ ਆਤਮਾ ਦੀ ਵੀ ਬੜੀ ਗੱਲ ਹੁੰਦੀ ਹੈ ਜੀ। ਪਵਿੱਤਰ ਆਤਮਾ ਹੁੰਦੀ ਆ, ਉਹ ਮੰਨਦੇ ਹੋ, ਯਕੀਨ ਕਰਦੇ ਹੋ ਤੁਸੀਂ? ਮੈਂ ਤਾਂ ਚਲੋ ਮੈਂ ਕਹਿ ਦਿੰਦਾ ਵੀ ਚਲੋ ਜਿਹੜੇ ਮੈਂ ਸਵਾਲ ਕਹਿ ਲਓ ਜਾਂ ਮੈਂ ਜਿਹੜੀਆਂ ਗੱਲਾਂ ਉਹ ਪਵਿੱਤਰ ਆਤਮਾ ਕੋ ਪੁੱਛ ਕੇ ਦੱਸ ਦਿਓ। ਇਹ ਪਹਿਲੀ ਜਿਹੜੀ ਉਤਪਤੀ ਦੀ ਕਿਤਾਬ ਆ, ਇਹਦਾ ਹੀ ਪੁੱਛ ਕੇ ਦੱਸ ਦਿਓ ਕਿ ਉਹ ਚਾਨਣ ਕਾਹਦਾ ਸੀ, ਔਰ 3 ਦਿਨ ਜਿਹੜਾ ਬਣਿਆ, ਰਾਤ ਦਿਨ ਬਣੇ, ਉਹ ਕਿਸ ਚੀਜ਼ ਨਾਲ ਬਣੇ ਜਦੋਂ ਸੂਰਜ ਨਹੀਂ ਸੀ। ਉਹਨਾਂ ਕੋ ਪਵਿੱਤਰ ਆਤਮਾ ਕੋ ਪੁੱਛ ਕੇ ਦੱਸ ਦੇਣ। ਤੁਸੀਂ ਯਕੀਨ ਕਰਦੇ ਪਵਿੱਤਰ ਆਤਮਾ 'ਚ? ਮੈਂ ਨਹੀਂ। ਜਦੋਂ 3 ਸਾਲ ਦੇ ਵਿੱਚ ਸੀ ਉਦੋਂ ਕਰਦੇ ਹੁੰਦੇ ਸੀ? ਉਦੋਂ ਕਰਨਾ ਪੈਣਾ ਸੀ, ਉਹਨਾਂ ਦੇ ਵਿੱਚ ਰਹਿੰਦਾ ਸੀ। ਜਿਵੇਂ ਉਹ ਕਹਿੰਦੇ ਸੀ ਨਹੀਂ ਸੀ ਨੌਲੇਜ ਉਦੋਂ। ਹਾਂਜੀ। ਬਦਲੇ ਕਦੋਂ ਆ? ਬਦਲਾਵ ਮੇਰੇ ਵਿੱਚ ਆਇਆ ਜਦੋਂ ਮੇਰੇ ਜਿਹੜੀਆਂ ਉਹ ਗੱਲਾਂ ਮੈਂ ਉੱਥੋਂ ਸੁਣਦਾ ਸੀ ਜਾਂ ਪੜ੍ਹਦਾ ਸੀ। ਮੇਰੇ ਬਹੁਤ ਹੀ ਪਿਆਰੇ ਮੇਰੇ ਭਰਾ, ਮੇਰੇ ਦੋਸਤ, ਮੇਰੇ ਉਸਤਾਦ ਡਾਕਟਰ ਸੁਖਵਿੰਦਰ ਸਿੰਘ ਕਾਫਰ ਬਹੁਤ ਪੜ੍ਹੇ ਲਿਖੇ ਇਨਸਾਨ ਸੀ। ਅਤੇ ਉਹਨਾਂ ਕੋਲੋਂ ਜਦੋਂ ਮੈਂ ਇੱਦਾਂ ਡਿਸਕਸ਼ਨ ਕਰਨੀ, ਮੈਂ ਆ ਕੇ ਦੱਸਣਾ, ਉਹਨਾਂ ਹੱਸਿਆ ਕਰਨਾ। ਅਤੇ ਉਹ ਕਹਿੰਦੇ, ਉਹਨਾਂ ਨੇ ਮੈਨੂੰ ਕਦੇ ਰੋਕਿਆ ਟੋਕਿਆ ਨਹੀਂ। ਉਹਨਾਂ ਨੇ ਕਹਿੰਦਾ ਨਹੀਂ ਪੁੱਤਰ ਇੱਦਾਂ ਨਹੀਂ, ਇੱਦਾਂ ਹੁੰਦਾ ਆ। ਫਿਰ ਉਹਨਾਂ ਨੇ ਮੈਨੂੰ ਗੁਰਬਾਣੀ ਸਿਖਾਉਣੀ, ਆਸਾ ਦੀ ਵਾਰ ਜਾਂ ਜਪਜੀ ਸਾਹਿਬ। ਅਤੇ ਉਹ ਜਦੋਂ ਮੈਂ ਪ੍ਰੈਕਟੀਕਲੀ ਵੇਖਦਾ ਸੀ ਜਾਂ ਸੁਣਦਾ ਸੀ, ਫਿਰ ਮੈਨੂੰ ਚੰਗਾ ਲੱਗਦਾ ਸੀ। ਹਾਂ ਬਈ ਇਹ ਤਾਂ ਸੱਚ ਆ ਜੋ ਬਾਣੀ ਵਿੱਚ ਲਿਖਿਆ। ਅੱਛਾ, ਮਤਲਬ ਮੈਨੂੰ ਜੋ ਲੱਗਦਾ, ਸੌਰੀ ਤੁਹਾਨੂੰ ਰੋਕ ਰਿਹਾ, ਵੀ ਬਾਈਬਲ ਵੀ ਤਾਂ ਇਹੀ ਕਹਿੰਦੀ ਆ ਵੀ ਤੁਸੀਂ
ਕੁਦਰਤ ਦੇ ਨਾਲ ਬੰਦਿਆਂ ਇਨਸਾਨ ਦੇ ਨਾਲ ਪ੍ਰੇਮ ਕਰੋ, ਹਨਾ, ਇਨਸਾਨ ਦੇ ਨਾਲ ਪ੍ਰੇਮ ਕਰੋ, ਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਆ। ਉਹਦੇ ਵਿੱਚ ਇਹ ਲਿਖਿਆ ਨਾ? ਬਿਲਕੁਲ ਨਹੀਂ, ਉਹਦੇ ਵਿੱਚ ਤੇ ਇਹ ਵੀ ਲਿਖਿਆ ਕਿ ਮੇਰੇ ਕੋਲ ਸਾਰੇ ਸਬੂਤ ਪਏ ਆ। ਉਹ ਕਹਿੰਦੇ ਵੀ ਆਪਣੇ ਭੈਣ ਨੂੰ, ਭਰਾ ਨੂੰ, ਕਿਸੇ ਨੂੰ ਪਿਆਰ ਨਹੀਂ ਕਰਨਾ। ਜੇ ਤੁਸੀਂ ਮੇਰੇ ਚੇਲੇ ਬਣਨਾ ਤਾਂ ਆਪਣੇ ਆਪ ਨੂੰ ਪਿਆਰ ਵੀ ਨਹੀਂ ਕਰਨਾ। ਮੈਂ ਤੁਹਾਨੂੰ ਦਿਖਾ ਦਿੰਦਾ। ਉਹਦੇ ਵਿੱਚ ਲਿਖਿਆ ਕਿ ਉੱਥੇ ਮੈਨੂੰ ਨਹੀਂ ਲੱਗਦਾ ਕਿ ਇਹ ਪਿਆਰ ਦਾ ਸੁਨੇਹਾ ਹੋਵੇਗਾ। ਦੇਖੋ ਲਿਖਿਆ ਹੈ ਲੂਕਾ 14, ਠੀਕ ਹੈ। ਉਹਦੇ ਵਿੱਚ ਲਿਖਿਆ ਕਿ ਵੱਡੀ ਭੀੜ ਯਿਸੂ ਦੇ ਨਾਲ ਚੱਲੀ ਸੀ ਅਤੇ ਉਸਨੇ ਮੁੜ ਕੇ ਉਹਨਾਂ ਨੂੰ ਆਖਿਆ, ਯਿਸੂ ਨੇ ਆਖਿਆ, ਜੇ ਕੋਈ ਮੇਰੇ ਕੋਲ ਆਵੇ ਤਾਂ ਆਪਣੇ ਬੱਚਿਆਂ, ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ, ਸਗੋਂ ਆਪਣੀ ਜਾਨ ਨੂੰ ਵੀ ਮੇਰੇ ਨਾਲ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਜਿਹੜਾ ਆਪਣੇ ਪਰਿਵਾਰ ਨੂੰ ਛੱਡੇ, ਭੈਣ ਭਰਾਵਾਂ ਸਾਰਿਆਂ ਨੂੰ ਛੱਡੇ, ਆਪਣੇ ਆਪ ਨੂੰ ਵੀ ਛੱਡੇ, ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਠੀਕ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇਹਦੇ ਉਲਟ ਕੀ ਲਿਖਿਆ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਵੋ। ਅੱਛਾ, ਤੁਸੀਂ ਕਹਿ ਰਹੇ ਸੀਗੇ ਕਿ ਬਾਈਬਲ ਕਹਿੰਦੀ ਆ ਵੀ ਘਰ ਪਰਿਵਾਰ ਛੱਡ ਦਿਓ, ਆਪਾਂ ਪਰਿਵਾਰ ਪਿਆਰ ਦੀ ਗੱਲ ਕਰਦੇ ਸੀ। ਕੀ ਕਹਿੰਦੀ ਆ ਉਹ? ਮੈਂ ਤੁਹਾਨੂੰ ਬਾਈਬਲ ਵਿੱਚ ਵੀ ਪੜ੍ਹ ਕੇ ਦੱਸਦਾ। ਇਹ ਬਾਈਬਲ ਦਾ ਮੇਰੇ ਕੋਲ ਪਈ ਹੈ, ਮੈਂ ਸਕਰੀਨਸ਼ਾਟ ਜਿਹੜੇ ਹਾਂਜੀ ਹਾਂ, ਇਹ ਹੈਗੀ ਲੂਕਾ ਦੀ 14 ਅਧਿਆਏ, ਠੀਕ ਹੈ ਜੀ। ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਕਹਿ ਰਹੇ ਨੇ, ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸਨੇ ਮੁੜ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲੋਂ, ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਸੋ ਕਹਿਣ ਤੋਂ ਭਾਵ ਕਿ ਜਿਹੜਾ ਇਹਨਾਂ ਨੂੰ ਤਿਆਗ ਕਰੇ, ਪਰਿਵਾਰ ਨੂੰ, ਆਪਣੇ ਆਪ ਨੂੰ ਵੀ, ਹੈਨਾ, ਸੋ ਉਹ ਮਤਲਬ ਕਿ ਜੇ ਤੁਸੀਂ ਇਹਨਾਂ ਨੂੰ ਛੱਡੋਗੇ ਫਿਰ ਹੀ ਤੁਸੀਂ ਮੇਰੇ ਚੇਲੇ ਹੋ, ਉੱਦਾਂ ਨਹੀਂ ਚੇਲੇ। ਸੋ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਤਾਂ ਪਰਿਵਾਰ ਦੇ ਵਿੱਚ ਰਹਿ ਕੇ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜਾਂ ਹਨਾ ਉਹਨਾਂ ਨੂੰ ਵੀ ਵਡਿਆਈ ਕਰਦੇ ਆ। ਬਾਕੀ ਗੱਲ ਤਾਂ ਤੁਹਾਡੀ ਪੁਆਇੰਟ ਹੈ ਕਿ ਜੇ ਸਿੱਖ ਧਰਮ ਦੀ ਗੱਲ ਕਰੀਏ ਤੇ ਉਹ ਕਹਿੰਦੇ ਆ ਵੀ ਗ੍ਰਹਿ ਸੱਤ ਦੇ ਜਨਾ ਬਨਵਾਸ ਹੀ ਕੋਈ ਨਹੀਂ ਆ। ਜੀ ਬਿਲਕੁਲ ਜੀ। ਜੇ ਤੁਸੀਂ ਗ੍ਰਹਿ ਸੱਤ ਦੇ ਵਿੱਚ ਰਹਿ ਕੇ ਆਪਣੀ ਘਰ ਵਾਲੀ ਦੀਆਂ ਗੱਲਾਂ ਵੀ ਸੁਣਦੇ ਹੋ, ਮੁੰਡੇ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਹੋ, ਉਹਦੇ ਵਿੱਚ ਨਾਮ ਵੀ ਜਪਣ ਦੇ ਹੋ, ਇਹੀ ਸੇਵਾ ਆ, ਇਹੀ ਨਾਮ ਆ ਵੀ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਸਭ ਕੁਝ ਕਰਨਾ। ਸੋ ਜੇਕਰ ਗ੍ਰਹਿ ਸਥਿਤ ਜੀਵਨ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨੂੰ ਵੀ ਸਮਝਾਇਆ ਵੀ ਨਹੀਂ ਯਾਰ, ਇਦਾਂ ਨਹੀਂ ਗੱਲ ਬਣਨੀ। ਅੱਛਾ, ਤੁਸੀਂ ਆਪਾਂ ਪੰਜਾਬ ਦੇ ਵਿੱਚ ਹੁਣ ਜਿੱਦਾਂ ਆਪਾਂ ਕਹਿੰਦੇ ਆ ਵੀ ਇਹ ਪੰਜਾਬ ਉਹ ਜਿਹੜਾ ਆ, ਆਪਾਂ ਕਹਿੰਦੇ ਵੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਨਾ। ਇੱਥੇ ਆਪਾਂ ਹਿਊਮੈਨਿਟੀ ਦੀ ਗੱਲ ਕਰ ਲੈਂਦੇ ਆ ਵੀ ਇਕੱਠੇ ਰਹਿਣਾ ਸਾਰਿਆਂ ਨੇ। ਹੁਣ ਆਪਾਂ ਇੱਕ ਬੰਦੇ ਗੱਲ ਕਰਦੇ ਆ ਅੰਮ੍ਰਿਤਪਾਲ, ਹਨਾ, ਦੂਸਰੇ ਬੰਦੇ ਆਪਾਂ ਈਸਾਈ ਮਤ ਖੜ ਦਿੰਦੇ, ਕੋਈ ਅੰਕਲ ਨਰੂਲਾ ਕਹਿ ਲੈਂਦਾ, ਕੋਈ ਪਾਸਟਰ ਕਹਿ ਲੈਂਦਾ, ਕੋਈ ਹਰਪ੍ਰੀਤ ਦੀ ਗੱਲ ਕਰਦੇ, ਤੁਸੀਂ ਮੈਂ ਕਹਿੰਦੇ ਸੀ ਮੈਂ ਜਾਣਦਾ ਹਰਪ੍ਰੀਤ ਪਾਸਟਰ ਨੂੰ ਨਾ। ਤੇ ਇਹ ਕਿੱਦਾਂ, ਮਤਲਬ ਇਹ ਕਿਉਂ, ਆਪਾਂ ਨੂੰ ਲੱਗਦਾ ਨਹੀਂ ਕਿ ਬਹਿ ਕੇ ਮੁੱਦਾ ਰੱਖ ਲੈਣਾ ਚਾਹੀਦਾ, ਗੱਲਬਾਤ ਹੋਣੀ ਚਾਹੀਦੀ? ਮੈਂ ਬਹੁਤ ਸਾਰੀ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਆਓ ਆਪਾਂ ਬੈਠ ਕੇ ਵਿਚਾਰ ਕਰਦੇ ਹਾਂ। ਡਿਬੇਟ ਨਹੀਂ, ਮੈਂ ਅਕਸਰ ਕਹਿੰਦਾ ਉਹਨਾਂ ਨੂੰ, ਡਿਸਕਸ਼ਨ ਕਰਦੇ ਹਾਂ ਇਸ ਟੌਪਿਕ ਤੇ। ਆਪਾਂ ਜਿਹੜੇ ਹੈਗੇ ਆ ਆਪਾਂ ਬੈਠ ਕੇ ਉਹਦੇ ਬਾਰੇ ਵਿਚਾਰ ਲੈਂਦੇ ਹਾਂ। ਅਕਸਰ ਜਿਹੜੀ ਗੱਲ ਤੁਸੀਂ ਚਮਤਕਾਰਾਂ ਦੀ ਕਰ ਰਹੇ ਆ, ਖੋਜੇਵਾਲ ਜੀ ਜਿਹੜੇ ਪਾਸਟਰ ਨੇ, ਉਹਨਾਂ ਦੀ ਬੇਟੀ ਨੇ ਖੁਦ ਫਲੈਰੀ ਆ, ਉਹ ਕਿਉਂ ਨਹੀਂ ਸਹੀ ਹੋ ਰਹੇ? ਸੋ ਘਰ ਤੋਂ ਚੱਲਣੀ ਚਾਹੀਦੀ ਨਾ, ਵੀ ਘਰ ਦੇ ਮੈਂਬਰਾਂ ਨੂੰ ਤਾਂ ਠੀਕ ਕਰ ਲਓ। ਤੁਸੀਂ ਬਾਹਰੀ ਲੋਕਾਂ ਨੂੰ ਠੀਕ ਕਰ ਰਹੇ ਹੋ, ਤੁਹਾਡੇ ਤੋਂ ਵਿਸ਼ਵਾਸੀ ਵੱਡੇ ਕੌਣ ਹੋਣਗੇ? ਤੁਸੀਂ ਆਪਣੀ ਬੱਚੀ ਦੇ ਫਲੈਰੀ ਆ, ਉਹਨੂੰ ਠੀਕ ਨਹੀਂ ਕਰ ਸਕਦੇ। ਹਾਂਜੀ। ਅੱਛਾ ਚਲੋ, ਚਮਤਕਾਰਾਂ ਦੀ ਗੱਲ ਛੱਡਦੇ ਹਾਂ ਵੀ ਜੇ ਤਾਂ ਹੁਣ ਆਪਾਂ ਇੱਦਾਂ ਵਡਿਆਉਣ ਲੱਗ ਪਏ ਫਿਰ ਤਾਂ ਲੜਾਈ ਬਹੁਤ ਵੱਧ ਜੂਗੀ। ਇਹਦਾ ਹੱਲ ਕੀ ਹੋ ਸਕਦਾ? ਇਹਦਾ ਹੱਲ ਇਹ ਕਿ ਆਪਾਂ ਬੈਠ ਕੇ ਗੱਲ ਕਰ ਲਈਏ, ਬੈਠ ਕੇ ਗੱਲ ਕੀਤੀ ਜਾਵੇ। ਤੇ ਬੈਠ ਕੇ ਗੱਲ ਹੋਊਗੀ ਕਿੱਦਾਂ? ਕਿਉਂਕਿ ਇੱਧਰੋਂ ਤੁਹਾਡੇ ਚੈਨਲ ਤੇ ਬੈਠਾਂਗੇ, ਚੈਨਲ ਤੇ ਬੈਠ ਕੇ ਹੋਵੇਗੀ, ਔਨ 에ਅਰ ਹੋਏਗੀ, ਤੁਸੀਂ ਔਨ 에ਅਰ ਹੋਵੋਗੇ ਬਿਨਾਂ ਕੱਟ ਤੋਂ। ਬਿਲਕੁਲ ਜੀ। ਹੋਰ ਵੀ ਹੋ ਸਕਦੇ ਤੁਹਾਡੇ ਨਾਲ ਜਿਹੜੇ? ਹਾਂਜੀ, ਮੇਰੇ ਹੋਰ ਵੀ ਹੈਗੇ ਨੇ ਦੋਸਤ ਜਿਹੜੇ ਜਿਨ੍ਹਾਂ ਨੂੰ ਸਮਝ ਲੱਗੀ ਆ ਵੀ ਨਹੀਂ ਯਾਰ, ਵੀ ਗਲਤ ਹੋ ਰਿਹਾ ਪੰਜਾਬ ਦੇ ਵਿੱਚ, ਖਾਸ ਕਰਕੇ ਧਰਮ ਦੇ ਨਾਂ ਤੇ, ਧਰਮ ਨੂੰ ਯੂਜ਼ ਕਰਕੇ, ਰੱਬ ਨੂੰ ਯੂਜ਼ ਕਰਕੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ, ਲੋਕਾਂ ਦੀ ਧਨ ਦੌਲਤ ਖਾਦੀ ਜਾ ਰਹੀ ਆ। ਉਹ ਤਾਂ ਕਹਿੰਦੇ ਅਸੀਂ ਪੈਸੇ ਨਹੀਂ ਲੈਂਦੇ ਕਿਸੇ ਤੋਂ। ਭਾਜੀ, ਜਦੋਂ ਅੰਮ੍ਰਿਤਸਰ ਦੇ ਵਿੱਚ ਮੈਂ 500 ਬਾਲਟੀ ਦੇਖੀ ਹੋਵੇਗੀ। 500 ਬਾਲਟੀ ਕਾਹਦੀ? ਉਹ ਪੈਸੇ ਇਕੱਠੇ ਕਰਨ ਵਾਸਤੇ ਢੇਰ ਲੱਗਾ ਸੀ। ਉਹ ਕਾਹਦੇ ਵਾਸਤੇ ਸੀ? ਉਹ ਕਹਿੰਦੇ ਜੀ ਉਹ ਤਾਂ ਫਿਰ ਚਰਚ ਵੀ ਤਾਂ ਬਣਦੇ ਉਹਨਾਂ ਦੀ, ਤੁਸੀਂ ਗੁਰਦੁਆਰਾ ਸਾਹਿਬ ਵੀ ਤਾਂ ਦਿੰਦੇ ਹੀ ਹੋ। ਹਾਂਜੀ, ਗੁਰਦੁਆਰਾ ਸਾਹਿਬ ਵੀ ਤਾਂ ਮੱਥਾ ਟੇਕਦੇ ਹੋ ਕਹਿੰਦੇ। ਗੁਰਦੁਆਰਾ ਸਾਹਿਬ ਅਸੀਂ ਜੀ ਉਹ ਲੰਗਰਾਂ ਵਾਸਤੇ ਦਿੰਦੇ ਆ, ਠੀਕ ਹੈ ਜੀ। ਉਹ ਮਤਲਬ ਕਿ ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੀਆਂ, ਜਿਹੜੇ ਉੱਥੇ ਉਹਦੇ ਰਾਖੀ ਕਰਦੇ ਨੇ, ਸਫਾਈਆਂ ਕਰਦੇ ਨੇ ਗੁਰਦੁਆਰਾ ਸਾਹਿਬ ਦੀਆਂ, ਉਹਨਾਂ ਦੀਆਂ ਤਨਖਾਹਾਂ ਜਾਂਦੀਆਂ ਨੇ ਗੁਰੂ ਸਾਹਿਬ ਵਿੱਚ। ਉੱਥੇ ਲੰਗਰ ਪੱਕਦੇ ਨੇ, ਤੁਸੀਂ 24 ਘੰਟੇ ਜਾਓ ਤੁਹਾਨੂੰ ਰਹਿਣ ਨੂੰ ਮਿਲੇਗਾ। ਚਰਚ 'ਚ ਤੁਹਾਨੂੰ ਲੰਗਰ ਨਹੀਂ ਮਿਲਦਾ? ਨਹੀਂ ਮਿਲਦਾ ਜੀ ਮੈਨੂੰ ਕਿਉਂਕਿ ਮੈਂ ਉੱਥੇ ਚਰਚ ਗਿਆ ਨਹੀਂ, ਕਹਿੰਦੇ ਵੀ ਨਹੀਂ ਬੰਦਾ ਉੱਥੇ ਕੁਝ ਵੀ, ਸਭ ਕੁਝ ਮੁੱਲ ਲੈਣਾ ਪੈਂਦਾ। ਪਰ ਬਿਲਡਿੰਗ ਤਾਂ ਹੈ ਨਾ ਜਿੱਥੇ ਜਾ ਕੇ ਤੁਸੀਂ ਪ੍ਰੇਅਰ ਕਰਦੇ ਹੋ। ਪਰ ਬਿਲਡਿੰਗ ਮਹੱਤਵ ਨਹੀਂ ਨਾ ਰੱਖਦੀ ਸਰ।
ਜਿਹੜਾ ਉਹ ਸਮਾਜ ਆ ਉਹਨਾਂ ਦੀ ਪਰਵਰਿਸ਼, ਉਹਨਾਂ ਦਾ ਜਿਹੜਾ ਉਹਨਾਂ ਨੂੰ ਗਾਂਹ ਲੈ ਕੇ ਜਾਣਾ, ਉਹਨਾਂ ਨੂੰ ਡਿਵੈਲਪ ਕਰਨਾ, ਉਹਨਾਂ ਦੇ ਉਹ ਮਹੱਤਵ ਰੱਖਦਾ ਹੈ। ਸਤਨਾਮ ਜੀ, ਇੱਕ ਬੰਨੇ ਤੁਸੀਂ ਮੰਨਦੇ ਹੋ ਕਿ ਉਹ ਲੋਕਾਂ ਦੇ ਇਲਾਜ ਵੀ ਕਰਾ ਲੈਂਦੇ ਆ, ਕਿਡਨੀਆਂ ਕਿਸੇ ਦੀ ਫੇਲ ਆ ਤਾਂ ਵੀ ਇਲਾਜ ਕਰਾਉਂਦੇ ਆ, ਨਿਆਣਿਆਂ ਨੂੰ ਪੜ੍ਹਾਉਂਦੇ ਵੀ ਆ ਉਹਨਾਂ ਲੋਕਾਂ ਦੇ ਨੂੰ। ਨਹੀਂ, ਜਿਹੜੇ ਉਹ ਗੱਲ ਪੜ੍ਹਾਉਣ ਦੀ ਆ ਫ੍ਰੀ ਤਾਂ ਮੈਂ ਕੋਈ ਸੁਣਿਆ ਨਹੀਂ, ਪਰ ਉੱਥੇ ਫੀਸਾਂ ਲਈਆਂ ਜਾਂਦੀਆਂ, ਫੀਸਾਂ ਲਈਆਂ ਜਾਂਦੀਆਂ ਔਰ ਬਹੁਤ ਮਹਿੰਗੀਆਂ ਫੀਸਾਂ ਨੇ ਉਹਨਾਂ ਦੀਆਂ, ਜਿਹੜੇ ਉਹਨਾਂ ਦੇ ਸਕੂਲ ਬਣੇ ਨੇ। ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਕੋਈ ਹੈ ਸਵਾਲ, ਕੁਝ ਹੈ? ਹਾਂਜੀ, ਜੇਕਰ ਉਹ ਮਤਲਬ ਕਿ ਫੀਸਾਂ ਕੋਈ ਆਵੇ ਅੱਗੇ ਦੱਸੇ ਵੀ ਅਸੀਂ ਫ੍ਰੀ ਪੜ੍ਹਾਈ ਕਰਵਾਉਂਦੇ ਆ, ਔਰ ਪੰਜਾਬ ਦੇ ਕਿੰਨੇ ਸਾਰੇ ਬੱਚੇ ਆ ਉਹ ਉੱਥੇ ਪੜ੍ਹਨਗੇ ਉਹਨਾਂ ਕੋਲ, ਜੇਕਰ ਉਹਨਾਂ ਦੀ ਚੰਗੀ ਸਿੱਖਿਆ ਹੈ ਤੇ ਅਸੀਂ ਜ਼ਰੂਰ ਉਹਨਾਂ ਦੇ ਕੋਲ। ਪਰ ਹਰ ਇੱਕ, ਚਲੋ ਸਿੱਖਿਆ ਦੀ ਗੱਲ ਹੋਈ, ਮੇਰਾ ਵੀ ਹਰ ਦੂਸਰਾ ਨਿਆਣਾ ਤਾਂ ਕਨਵੈਂਟ ਆ। ਤੁਹਾਡੇ ਕੋਲ ਵੀ 4 ਪੈਸੇ ਹੋਣਗੇ, ਤੁਸੀਂ ਕਹਿੰਦੇ ਵੀ ਮੈਂ ਕਨਵੈਂਟ ਪੜਾਉਣਾ, ਫਿਰ ਅਸੀਂ ਕਿਉਂ ਕਨਵੈਂਟਾਂ 'ਚ ਪੜਾਉਂਦੇ ਆ ਆਪਣੇ? ਗੱਲ ਉਹ ਨਹੀਂ ਆ, ਦੇਖੋ ਜੀ ਉੱਥੇ ਗੱਲ ਸਟੱਡੀ ਦੀ ਆ, ਉੱਥੇ ਸਟੱਡੀ ਜਿੱਥੇ ਚੰਗੀ ਸਿੱਖਿਆ ਸਾਨੂੰ ਜਿੱਥੋਂ ਮਿਲੂਗੀ ਅਸੀਂ ਲਵਾਂਗੇ, ਠੀਕ ਹੈ। ਇਹ ਵੀ ਚੰਗੀ ਗੱਲ ਕੋਈ ਕਰਨ, ਕੁਦਰਤ ਦੀ ਗੱਲਾਂ ਕਰਨ, ਲੋਕਾਂ ਨੂੰ ਸਮਝਾਉਣ ਚੰਗੇ ਤਰੀਕੇ ਨਾਲ, ਚਮਤਕਾਰ। ਅੱਛਾ, ਇੱਕ ਗੱਲ ਮੈਂ ਹੋਰ ਕਹਿਣਾ, ਇਹਨਾਂ ਕੋਲ 10 ਚੀਜ਼ਾਂ ਤੋਂ ਇਲਾਵਾ ਮੈਨੂੰ ਕੋਈ ਹੋਰ ਗੱਲ ਕੱਢ ਕੇ ਦਿਖਾ ਦੇਣ। ਕਿਹੜੀਆਂ 10 ਗੱਲਾਂ? 10 ਗੱਲਾਂ। ਪਹਿਲਾ, ਪੁੱਤ, ਪਵਿੱਤਰ ਆਤਮਾ, ਪਿਤਾ, ਸ਼ੈਤਾਨ, ਰੂਹਾਂ ਬਦਰੂਹਾਂ, ਨਰਕ ਸਵਰਗ, ਤੇਲ, ਚਮਤਕਾਰ। ਇਹ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਕਰਦੇ ਇਹ। ਤੇਲ ਕੀ ਹੈ? ਤੇਲ ਕਹਿੰਦੇ ਕਿ ਜੇ ਮੱਸਾ ਕੀਤਾ ਹੋਇਆ ਤੇਲ, ਉਹ ਸੁਣਨ ਦੇ ਵਿੱਚ ਆਇਆ ਕਿ ਉਹ ਪੈਸੇ ਲੈ ਕੇ ਦਿੱਤਾ ਜਾਂਦਾ। ਸੋ ਪੈਸੇ ਲੈ ਕੇ? ਹਾਂਜੀ। ਉਹ ਤੇਲ ਨਾਲ ਕਿਹੜੇ ਚਮਤਕਾਰ ਹੁੰਦੇ, ਕੀ ਹੁੰਦਾ? ਉਹ ਵੈਸੇ ਇੱਕ ਬਣਿਆ ਕਿ ਤੁਸੀਂ ਇਹ ਲਾਓ ਠੀਕ ਹੋ ਜਾਓਗੇ, ਹੀਲਿੰਗ ਪਾਵਰ। ਹਾਂਜੀ। ਪਵਿੱਤਰ ਆਤਮਾ ਕੀ ਹੈ? ਮੈਂ ਦੱਸਾਂ ਜੀ, ਮੈਂ ਉਹ ਕੁਝ ਹੁੰਦੀ ਨਹੀਂ ਚੀਜ਼ ਐਸੀ। ਮੈਂ ਜਦੋਂ ਪਵਿੱਤਰ ਆਤਮਾ ਦਾ ਨਾਮ ਲੈਣਾ ਤੁਸੀਂ ਹੱਸਦੇ ਹੋ। ਮੈਂ ਉਹ ਹੱਸੂਗਾ ਹੀ ਵੀਰ ਜੀ, ਵੀ ਮਿੱਥ ਹੈ। ਜਿਹੜੇ ਸਕਾਲਰਸ ਆ ਨਾ, ਵਿਦਵਾਨ ਆ, ਬਾਈਬਲ ਕਹਿੰਦੇ ਮਿੱਥ ਹੈ ਇਹ। ਮਿੱਥ ਹੈ, ਹਾਂਜੀ, ਉਹ ਕਹਿੰਦੇ ਨੇ, ਮੈਂ ਨਹੀਂ ਕਹਿ ਰਿਹਾ। ਤੁਸੀਂ ਸਰਚ ਕਰ ਸਕਦੇ ਹੋ YouTube ਤੇ। ਅੱਛਾ, ਜਿਹੜੇ ਪਾਸਟਰ ਬਣੇ ਆ ਇਹਨਾਂ ਨੂੰ ਵੀ ਮੰਮੀ ਡੈਡੀ ਸੱਦਣ ਲੱਗ ਪੈਂਦੇ ਆ ਇਹ? ਹਾਂ, ਅੱਛਾ, ਇਹ ਉਹ ਮੇਰੇ ਅੱਗੇ ਵੀ ਕਹਿੰਦੇ ਕਿ ਤੂੰ ਕੌਣ ਹੁੰਦਾ ਬੋਲਣ ਵਾਲਾ। ਉਹ ਬਾਈਬਲ ਦੇ ਵਿੱਚ ਲਿਖਿਆ ਕਿ ਕਿਸੇ ਨੂੰ ਪਾਪਾ ਨਹੀਂ ਆਖਣਾ, ਇੱਕ ਸਵਰਗੀ ਪਿਤਾ ਤੋਂ ਬਿਨਾਂ ਤੁਸੀਂ ਧਰਤੀ ਉੱਤੇ ਕਿਸੇ ਨੂੰ ਪਿਤਾ ਨਾ ਆਖੋ, ਹੈਨਾ। ਸੋ ਇਹ ਕਿਉਂ ਪਾਸਟਰ ਅੰਕਲ ਨੂੰ ਫਿਰ ਪਿਤਾ ਕਹਿ ਰਿਹਾ? ਅੱਛਾ, ਮੈਂ ਉਹ ਵੀ ਅੱਜ ਦਿਖਾਉਂਦਾ, ਮੈਂ ਆਪਣੇ ਕੋਲੋਂ ਨਹੀਂ ਗੱਲ ਕਰਦਾ। ਮੱਤੀ ਦੀ 23:9 ਅਧਿਆਏ, ਸ਼ਾਇਦ ਮੈਂ ਇੱਕ ਵਾਰੀ ਕਲੀਅਰ ਕਰ ਦਵਾਂ। ਪਰ ਜੇ ਕੋਈ ਪਿਓ ਕਹਿੰਦਾ ਹੈ ਤੇ ਫਿਰ ਉਹਦੇ 'ਚ ਮਾੜੀ ਗੱਲ ਕਿਉਂ? ਉਹਦਾ ਉਹ ਪਿਓ ਹੈ ਜੋ ਕਹਿ ਲਵੇ। ਪਰ ਉਹ ਬਾਈਬਲ ਦੀ ਗੱਲ ਵੀ ਨਾ ਮੰਨਣ। ਬਾਈਬਲ ਨੇ ਰੋਕ ਲਾਈ ਹੈ ਵੀ ਨਹੀਂ ਆਖਣਾ। ਅੱਛਾ, ਮਤਲਬ ਬਾਈਬਲ ਕਹਿੰਦੀ ਹੈ ਕਿ ਨਹੀਂ ਆਖਣਾ। ਹਾਂ, ਇੱਕ ਸਵਰਗੀ ਪਿਤਾ ਤੋਂ ਬਿਨਾਂ ਹੋਰ ਕਿਸੇ ਨੂੰ ਪਿਤਾ ਨਹੀਂ ਆਖਣਾ। ਆਪਣੇ ਪਿਓ ਨੂੰ ਤਾਂ ਕਹਿ ਹੀ ਸਕਦੇ। ਉਹ ਤਾਂ ਇੱਕ ਜਨਮ ਦਿੱਤਾ ਨਾ ਉਹਨਾਂ ਨੇ, ਠੀਕ ਹੈ, ਉਹਦੇ ਜ਼ਰੀਏ ਉਹ ਤਾਂ ਇੱਕ ਕਹਿ ਸਕਦੇ ਉਹਨੂੰ, ਠੀਕ ਹੈ। ਉਹ ਧਰਮ ਦੇ ਆਗੂ ਆ, ਧਰਮ ਦੇ, ਸੌਰੀ ਧਰਮ ਫਿਰ ਮੈਂ ਯੂਜ਼ ਕਰ ਲਿਆ, ਉਹ ਮਤ ਦੇ ਆਗੂ। ਮਤ ਦੇ ਆਗੂ, ਹਾਂਜੀ। ਅੱਛਾ, ਠੀਕ ਆ। ਮੈਂ ਵੀ ਸੁਣਿਆ ਸੀਗਾ ਵੀ ਅੰਕਲ ਨਰੂਲਾ ਨੂੰ ਪਿਤਾ ਕਹਿੰਦੇ ਆ। ਹਾਂ, ਐਵੇਂ ਹਰਪ੍ਰੀਤ ਸੀਗਾ, ਉਹਨੂੰ ਵੀ ਪਾਸਟਰ ਨੂੰ ਵੀ, ਉਹਨੂੰ ਵੀ ਪਿਤਾ ਕਹਿੰਦੇ ਆ। ਵੀ ਕੀ ਲੋੜ ਹੈ ਨਾ ਇਹਦੀ? ਅੱਛਾ, ਤੇ ਹੋਰ ਕਿਹੜਾ ਤੁਸੀਂ ਕਿਹਾ ਸੀ ਵੀ ਇੱਕ ਪਵਿੱਤਰ ਆਤਮਾ, ਹੋਰ ਕੀ ਸੀਗਾ? ਤੇਲ ਸੀ ਤੇ? ਹਾਂ, ਮੈਂ 10 ਚੀਜ਼ਾਂ ਗਿਣਾ ਦੇਣਾ। ਪਿਓ, ਪੁੱਤਰ, ਪਵਿੱਤਰ ਆਤਮਾ, ਤੇਲ, ਚਮਤਕਾਰ, ਨਰਕ ਸਵਰਗ, ਸ਼ੈਤਾਨ, ਰੂਹਾਂ ਬਦਰੂਹਾਂ। ਇਹਨਾਂ ਤੋਂ ਹੋਰ ਇਲਾਵਾ ਕੋਈ ਗੱਲ ਹੀ ਨਹੀਂ ਕਰਦੇ। ਅੱਛਾ, ਉਹ ਕਹਿੰਦੇ ਜਿਹੜੀ ਰੂਹਾਂ ਕੱਢਦੇ ਆ, ਅਸੀਂ ਦੇਖਿਆ ਵੀ ਟੈਸਟੋਨੋਮੀ ਦੇ ਵਿੱਚ ਲਾਈਵ ਹੋ ਕੇ, ਉਹ ਚੀਕਾਂ ਝਾੜੇ ਪੈਂਦੇ ਆ, ਉਹ ਕੀ ਆ? ਉਹ ਤਾਂ ਵੀਰ ਜੀ ਜਿਹੜੇ ਡਾਕਟਰਸ ਨੇ, ਇੰਜੀਨੀਅਰ ਨੇ, ਵਧੀਆ ਵਿਦਵਾਨ ਨੇ, ਪੜ੍ਹੇ ਲਿਖੇ, ਉਹਨਾਂ ਨੂੰ ਕਿਉਂ ਨਹੀਂ ਭੂਤ ਚਮੜਦੇ? ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਕਿਉਂ ਨਹੀਂ ਭੂਤ ਚਮੜਦੇ? ਇਹਨਾਂ ਲੋਕਾਂ ਨੂੰ ਕਿਉਂ ਹੀ ਭੂਤ ਚਮੜਦੇ ਆ? ਔਰ ਚਰਚ ਦੇ ਜਦੋਂ ਲਾਸਟ ਟਾਈਮ ਆਉਂਦਾ ਉਦੋਂ ਹੀ ਕਿਉਂ ਚਮੜਦੇ ਆ? ਇਹਨਾਂ ਨੂੰ ਗਲੀ ਬਾਜ਼ਾਰ ਵਿੱਚ ਕਿਉਂ ਨਹੀਂ ਭੂਤ ਚਮੜਦਾ? ਜਦੋਂ ਚਰਚ ਲੱਗਣੀ ਸ਼ੁਰੂ ਹੁੰਦੀ, ਅਖੀਰ ਜੇ ਤੇ ਆ ਜਾਂਦੇ, ਅਖੀਰ ਤੇ ਆ ਉਦੋਂ ਹੀ ਚਮੜਦੇ ਆ। ਇਹ ਮੇਰਾ ਇੱਕ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ। ਅੱਛਾ, ਇੱਕ ਮੇਰਾ ਆਖਰੀ ਸਵਾਲ ਆ। ਤੁਸੀਂ ਪ੍ਰੋਫਟ ਮੁਹੰਮਦ ਬਾਰੇ ਵੀ ਗੱਲ ਕਰ ਰਹੇ ਸੀ ਵੀ ਉੱਥੇ ਕਲੈਸ਼ ਦੱਸਿਆ ਹੋਇਆ ਬਾਈਬਲ ਦੇ ਵਿੱਚ, ਉਹ ਕੀ ਆ? ਪ੍ਰੋਫਟ ਮੁਹੰਮਦ ਦੀ ਜਿਹੜੀ ਮੈਂ ਨਾ ਪੜ੍ਹ ਰਿਹਾ ਸੀ, ਇਹਦੇ ਵਿੱਚ ਆਉਂਦਾ ਹੈ ਕਿ ਉਹ ਆਪ ਜੀ ਨੂੰ ਪਤਾ ਹੈ ਕਿ ਹਜ਼ਰਤ ਇਬਰਾਹਿਮ ਇਹਨਾਂ ਦਾ ਵੱਡਾ ਬਜ਼ੁਰਗ ਹੋਇਆ, ਉਹਦੇ 2 ਬੱਚੇ ਸੀ, ਹਜ਼ਰਤ ਇਸਮਾਈਲ ਔਰ ਹਜ਼ਰਤ ਇਜ਼ਹਾਕ। ਇਹਨਾਂ ਦੇ ਕਹਿਣ ਅਨੁਸਾਰ, ਬਾਈਬਲ ਦੇ ਕਹਿਣ ਅਨੁਸਾਰ, ਕਿ ਉਹ ਗੋਲੀ ਦੇ ਪੇਟੋਂ ਹੋਇਆ। ਔਰ ਇਸਮਾਈਲ ਨੂੰ ਇਹਦੇ ਵਿੱਚ ਖੋਤਾ ਦੱਸਿਆ ਗਿਆ। ਉਹ ਏਡੀ ਵੱਡੀ ਉਮਤ, ਏਡੀ ਵੱਡੀ ਕਮਿਊਨਿਟੀ ਆ, ਉਹਦੇ ਬਜ਼ੁਰਗ ਨੂੰ ਖੋਤਾ ਦੱਸਿਆ ਗਿਆ। ਬਦਲੇ ਵਿੱਚ ਜਦੋਂ ਕੁਰਾਨ ਪੜ੍ਹਦੇ ਆ, ਔਰ ਕੁਰਾਨ ਦੇ ਵਿੱਚ ਹਜ਼ਰਤ ਈਸਾ ਮਸੀਹ ਨੂੰ ਕਿਹਾ ਗਿਆ ਕਿ ਨਹੀਂ, ਇਹ ਰੱਬ ਦੀ ਤੋਹੀਨ ਆ, ਇਹ ਉਹਦਾ ਪੁੱਤਰ ਨਹੀਂ ਹੋ ਸਕਦਾ। ਕੁਰਾਨ ਵੀ ਅੱਲਾ ਦੀ ਲਿਖੀ ਹੋਈ ਆ। ਜੇ ਤੁਸੀਂ ਮੁਸਲਮਾਨ ਵੀਰਾਂ ਨਾਲ ਗੱਲ ਕਰੋ, ਕਹਿੰਦੇ ਵੀ ਇਹ ਅੱਲਾ ਪਾਕ ਦੀ ਲਿਖੀ ਹੋਈ ਆ। ਔਰ ਜੇ ਬਾਈਬਲ ਦੀ ਗੱਲ ਕਰੋ, ਇਹਨਾਂ ਦਾ ਕਹਿਣਾ ਇਹ ਕਿ ਪਰਮੇਸ਼ਵਰ ਦੀ ਲਿਖੀ ਹੋਈ ਆ। ਕਿਤੇ ਨਾ ਕਿਤੇ ਪਰਮੇਸ਼ਵਰ ਅੱਲਾ ਹੀ ਲੜਾ ਰਿਹਾ, ਮਤਲਬ ਨਾਮ ਇੱਕ ਆ ਪਰਮੇਸ਼ਵਰ ਅੱਲਾ, ਕਿਤੇ ਨਾ ਕਿਤੇ ਰੱਬ ਹੀ ਲੜਾ ਰਿਹਾ। ਔਰ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਤਾਂ ਉਹ ਕਹਿੰਦੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਕਿ ਤੂੰ ਆਪਣੇ ਪੁੱਤਰ ਦੀ ਬਲੀ ਦੇ, ਜ਼ਿਬਾ ਕਰ। ਔਰ ਬਾਈਬਲ ਵਿੱਚ ਜ਼ਿਕਰ ਆਉਂਦਾ ਕਿ ਉਹ ਇਜ਼ਹਾਕ ਨੂੰ ਲੈ ਕੇ ਗਿਆ। ਕੁਰਾਨ ਦੇ ਵਿੱਚ ਜ਼ਿਕਰ ਆਉਂਦਾ ਕਿ ਉਹ ਇਸਮਾਈਲ ਨੂੰ ਲੈ ਕੇ ਗਿਆ। ਇਕਲੌਤੇ ਪੁੱਤਰ ਨੂੰ ਕਿਹਾ ਸੀ, ਇਕਲੌਤਾ ਮਤਲਬ ਇਕੱਲਾ। ਕੌਣ ਸਹੀ ਹੈ?
ਮਤਲਬ ਕਲੈਸ਼ ਹੈ ਇਹਨਾਂ ਦੋਨਾਂ 'ਚ, ਹਾਂਜੀ ਐਂਟੀ ਹੈ ਇੱਕ ਦੂਜੇ ਦੇ। ਇੱਕ ਦੂਸਰੇ ਦੇ ਐਂਟੀ। ਹਾਂਜੀ ਕੁਝ ਹੋਰ ਅਖੀਰ ਤੇ ਕਹਿਣਾ ਚਾਹੋ? ਮੈਂ ਇਹੀ ਕਹਿਣਾ ਚਾਹੁੰਦਾ ਵੀਰ ਜੀ ਕਿ ਸਭ ਤੋਂ ਵਧੀਆ ਕਿ ਪੜੋ, ਉਹਨੂੰ ਵਿਚਾਰੋ, ਫਿਰ ਅੱਗੇ ਚੱਲੋ। ਮਤਲਬ ਬਿਨਾਂ ਪੜ੍ਹੇ ਕੋਈ ਧਰਮ ਨਹੀਂ। ਹਾਂਜੀ ਆਪਣਾ ਕੰਮ ਆਪ ਕਰੋ, ਸਾਰੀਆਂ ਜ਼ਿੰਮੇਵਾਰੀਆਂ ਜੋ ਕੁਛ ਆ ਤੁਹਾਨੂੰ ਆਪ ਨੂੰ ਹੀ ਕਰਨਾ ਪੈਣਾ ਆ, ਹਮਲਾ ਮਾਰਨਾ ਪੈਣਾ। ਅੱਛਾ ਮੈਨੂੰ ਕਦੀ ਕਦੀ ਲੱਗਦਾ ਹੁੰਦਾ ਕਿ ਧਰਮ ਸਿਰਫ ਦੋ ਹੀ ਆ, ਉੱਚੀ ਕਲਾਸ ਤੇ ਨੀਵੀਂ ਕਲਾਸ। ਹਾਂ ਇਹ ਧਰਮ ਤਾਂ ਤੁਹਾਨੂੰ ਮੈਂ ਦੱਸਿਆ ਵੀ ਇੱਕ ਆ, ਉਹ ਜਿਹੜਾ ਪੂਰੀ ਕੁਦਰਤ ਵਿੱਚ ਕੰਮ ਕਰ ਰਿਹਾ ਆ, ਠੀਕ ਆ ਜੀ। ਉਹ ਅਮਰੀਕਾ, ਫਰਾਂਸ, ਇਟਲੀ, ਜਿੱਥੇ ਵੀ ਉਹ ਕੰਮ ਕਰ ਰਿਹਾ, ਉਹ ਨਿਯਮ ਕੰਮ ਕਰ ਰਿਹਾ। ਇਹ ਤਾਂ ਆਗੂ ਜਿਹੜੇ ਨੇ ਉਹ ਭੇਦਭਾਵ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਸਤਨਾਮ ਜੀ ਸਾਡੇ ਨਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਸਰ।